खत्म हो जान पीछे नहीं हटना। मरने तो नहीं डरते, मारने तो नहीं डरते। मकाना के अगे खलो भी गया ना सारिਆਂ ਨੂੰ गोली मार देंगे। मंदिरों ਨੂੰ गुरुद्वारों ਨੂੰ अग लाती। श्री वाहिगुरु जी का खालसा, श्री वाहिगुरु जी की फतेह। सो दोस्तों, अज असी बैठे हाँ अंबाला डिस्ट्रिक्ट अंबाले के मिठापर पिंड, जिथे कि साडे नाल है दौलत राम बाली जी, जिहड़े कि सन 47 विच पाकिस्तान विच अपना सब कुछ छड्ड के इत्थे आ वसे सी। कहते ने बहुत औखा है अपना घर बार छड्डना, पर जो दर्द इन्हां ने इस दिल ते इन्हां अखां ने देखिया है वो कदे भुलिया नहीं जा सकता। सो ਆਪਾਂ ਬਜ਼ੁਰਗਾਂ ਨੂੰ ਪੁੱਛਦੇ ਹਾਂ कि ਬਜ਼ੁਰਗੋ अपना पिंड ਕਿਹੜਾ ਸੀ? पिंड सी ठंडा पानी। ਬਜ਼ੁਰਗਾਂ ਦਾ ਪਿੰਡ ਸੀ ਠੰਡਾ ਪਾਣੀ। ਤੇ ਡਾਕਖਾਨਾ? ਡਾਕਖਾਨਾ ਸ਼ਹਿਰ ਕੋਟਾ। ਕੋਟਾ ਜੀ। ਜ਼ਿਲ੍ਹਾ ਕਿਹੜਾ ਪੈਂਦਾ ਸੀ? ਜ਼ਿਲ੍ਹਾ ਪੈਂਦਾ ਸੀ ਰਾਵਲਪਿੰਡੀ। ਰਾਵਲਪਿੰਡੀ। ਰਾਵਲਪਿੰਡੀ ਦੇਖੋ ਜੀ ਕਿੰਨਾ ਮਸ਼ਹੂਰ, ਕਿੰਨੀ ਵਧੀਆ ਥਾਂ ਰਾਵਲਪਿੰਡੀ, ਤੇ ਜਿਨ੍ਹਾਂ ਨੂੰ ਛੱਡ ਕੇ ਬਜ਼ੁਰਗਾਂ ਨੂੰ ਆਉਣਾ ਪਿਆ, ਉਹਦੇ ਬਾਰੇ ਗੱਲ ਕਰਦੇ ਹਾਂ। ਬਜ਼ੁਰਗੋ, ਕੀ ਹਾਲਾਤ ਹੋਏ ਸੀ, ਕਿਹੜੇ ਹਾਲਾਤਾਂ 'ਚ ਆਪਾਂ ਨੂੰ ਆਉਣਾ ਪਿਆ? ਹਾਲਾਤ ਤਾਂ ਬਹੁਤ ਬੁਰੇ ਹੋਏ ਸੀ, ਕਿਉਂਕਿ ਸ਼ਹਿਰ ਨੂੰ ਅੱਗ ਲਾਤੀ, ਲੁੱਟਮਾਰ ਕਰਤੀ, ਹਿੰਦੂਆਂ ਨੂੰ ਔਰ ਮੰਦਰਾਂ ਨੂੰ ਗੁਰਦੁਆਰਿਆਂ ਨੂੰ ਅੱਗ ਲਾਤੀ। ਇਹਨਾਂ ਨੇ ਕੱਟ ਵਢਾਈ ਸ਼ੁਰੂ ਕਰਤੀ। ਕਿੰਨੇ ਆਦਮੀ ਮਰੇ ਜਿਹੜੇ ਅੰਦਰ ਸੀ। ਔਰ ਇਹਨਾਂ ਨੇ ਮੁਸਲਮਾਨਾਂ ਨੇ ਇਰਦ ਗਿਰਦ ਦੇ ਮੁਸਲਮਾਨਾਂ ਨੂੰ ਬੁਲਾ ਕੇ ਨਾ ਸ਼ਹਿਰ 'ਤੇ ਇੱਕਦਮ ਹਮਲਾ ਕਰਾਤਾ, ਅੱਗਾਂ ਲਾਤੀਆਂ। ਹਾਂਜੀ ਹਾਂਜੀ। ਕਿਉਂ ਖੁਦ ਤੇ ਉਹ ਜਾਣਕਾਰ ਸੀ ਬਈ ਫਲਾਣੇ ਦਾ ਨਾਂ ਆਏਗਾ। ਉਹਨਾਂ ਨੇ ਬਾਹਰੋਂ ਬੁਲਾਏ ਬੰਦੇ, ਬੁਲਾ ਕੇ ਉਹਨਾਂ ਨੇ ਅੱਗ ਲਾਤੀ ਸ਼ਹਿਰ ਨੂੰ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਆਪਣੇ ਸ਼ਹਿਰ ਦੇ ਮੁਸਲਮਾਨ ਸੀ, ਉਹਨਾਂ ਨੇ ਆਪ ਨਾ ਕੁਝ ਕਰਕੇ ਬਾਹਰੋਂ ਹੋਰ ਆਹੋ ਆਪ ਵੀ ਪਛਾਤੇ ਅਣਜਾਣ ਬੰਦਿਆਂ ਨੂੰ ਬੁਲਾ ਕੇ ਆਪ ਵੀ ਕੀਤਾ ਹੋਣਾ, ਲੇਕਿਨ ਨਹੀਂ ਜਾਣਦੇ ਸੀ। ਜਿਹੜੇ ਲਵੇ ਲਵੇ ਦੇ ਸੀ ਉਹ ਜਾਣਦੇ ਸੀ। ਜਿਹੜੇ ਜਿਨ੍ਹਾਂ ਦੀਆਂ ਹਿੰਦੂਆਂ ਦੀ ਦੁਕਾਨਾਂ ਸੀ ਉੱਥੇ ਹਲਵਾਈਆਂ ਦੀਆਂ ਜਾਂ ਪਰਚੂਨ ਦੀਆਂ, ਉਹ ਵੀ ਜਾਣਦੇ ਸੀ। ਇਸ ਕਰਕੇ ਉਹਨਾਂ ਨੇ ਬਾਹਰੋਂ ਬੰਦੇ ਮੰਗਾ ਕੇ ਉੱਪਰੇ ਅੱਗਾਂ ਲਵਾਤੀਆਂ, ਮਾਰ ਕਟਾਈ ਸ਼ੁਰੂ ਕਰਤੀ, ਲੁੱਟ ਮਾਰ ਸ਼ੁਰੂ ਕਰਤੀ। ਬਹੁਤ ਬੁਰੇ ਹਾਲ ਨਾਲ ਨਿਕਲੇ ਹਾਂ ਉੱਥੋਂ। ਅਸੀਂ ਪਿੰਡ 'ਚ ਅੱਗ ਲੱਗਣੇ ਤੋਂ ਬਾਅਦ, ਹੱਲਿਆਂ ਤੋਂ ਬਾਅਦ ਹੀ 5-7 ਦਿਨ ਉੱਥੇ ਰਹੇ ਹਾਂ। ਇੰਨੇ ਨੂੰ ਫੌਜ ਨਹੀਂ ਆਈ ਸਾਨੂੰ ਲੈਣ। ਅਸੀਂ ਰਾਤ ਨੂੰ ਘਰੋਂ ਨਿਕਲ ਜਾਣਾ ਦਿਨੇ, ਅਤੇ ਰਾਤ ਨੂੰ ਜਾ ਕੇ ਬਾਹਰ ਖੇਤਾਂ ਹੀ ਸੋ ਜਾਣਾ ਆਪਣਿਆਂ 'ਚ। ਔਰ ਤੜਕੇ ਨੂੰ ਫਿਰ ਆ ਕੇ ਰੋਟੀ ਪਾਣੀ, ਚਾਹ ਪਾਣੀ ਜੋ ਕੁਛ ਹੁੰਦਾ ਕਰਦੇ ਰਹੇ। ਬਾ 5-7 ਦਿਨ ਗੁਜ਼ਰੇ, ਇਹਨਾਂ ਨੂੰ ਸਾਡੀ ਫੌਜ ਆ ਗਈ। ਮਤਲਬ ਜਿਹੜੀ ਫੌਜ ਸੀ ਉਹ ਪਾਕਿਸਤਾਨ ਦੀ ਆਈ ਜਾਂ ਇੰਡੀਆ ਵਾਲੀ? ਨਾ ਇੰਡੀਆ ਦੀ। ਇੰਡੀਆ ਦੀ ਮਤਲਬ ਆਪਾਂ ਨੂੰ ਲੈਣ ਰਾਵਲਪਿੰਡੀ ਡਿਸਟ੍ਰਿਕਟ ਸੀ ਨਾ, ਡਿਸਟ੍ਰਿਕਟ 'ਚੋਂ ਭੇਜਤੀ ਉਹਨਾਂ ਨੇ ਜੀ। ਬਈ ਜਿੰਨੇ ਆਪਣੇ ਉੱਪਰ ਹਿੰਦੂ ਭਰਾ ਨੇ, ਇੱਥੋਂ ਲੈ ਕੇ ਉੱਪਰ ਤੱਕ ਜਿਹੜਾ ਕੋਈ ਆਉਣਾ ਚਾਹੁੰਦਾ ਆ ਜਾਓ। ਉਹਨਾਂ ਨੂੰ ਲੈ ਕੇ ਗੱਡੀਆਂ ਕੈਂਪ ਹੀ ਛੱਡਣਗੀਆਂ। ਕੈਂਪ ਦੇ ਬਾਅਦ ਉੱਥੇ ਉਹਨਾਂ ਦਾ ਖਾਣਾ ਪੀਣਾ ਇਹਦਾ ਵਗੈਰਾ ਸਾਰਾ ਪ੍ਰਬੰਧ ਗੌਰਮੈਂਟ ਦਾ ਹੋਏਗਾ। ਅੱਛਾ, ਇੱਕ ਗੱਲ ਦੱਸੋਗੇ ਕਿ ਜਦੋਂ ਆਪਾਂ ਆਏ ਉਦੋਂ ਆਪਣੀ ਉਮਰ ਕਿੰਨੀ ਕੁ ਹੁੰਦੀ ਸੀ ਜੀ 47 ਵਿੱਚ? 47 ਚ ਮੇਰੇ ਖਿਆਲ 5-6 ਸਾਲ ਜਾ 5-6 ਸਾਲ। ਤੇ ਆਪਣੇ ਨਾਲ ਆਪਣੇ ਫਾਦਰ ਸਾਹਿਬ, ਦਾਦਾ ਜੀ, ਥੋੜਾ ਉਹਨਾਂ ਬਾਰੇ ਵੀ ਦੱਸੋ, ਕੀ ਨਾਮ ਸੀ ਉਹਨਾਂ ਦੇ ਜੀ? ਇਹ ਸਾਡੇ ਪਰਿਵਾਰ ਪੂਰਾ ਹੀ ਉੱਥੇ ਠੰਡਾ ਪਾਣੀ ਸੀ, ਕਿਉਂ ਜ਼ਮੀਨ ਸਾਡੀ ਥੱਲੇ ਸੀ ਤੇ ਅਸੀਂ ਥੱਲੇ ਹੀ ਆਪਣਾ ਸਾਰੇ ਮਕਾਨ ਮਕੂਨ ਬਣਾ ਲਏ। ਸ਼ਹਿਰ ਸਾਡੇ ਤੋਂ ਕੋਟਾ 3 ਕਿਲੋਮੀਟਰ ਸੀ, 3 ਜਾਂ 4 ਕਿਲੋਮੀਟਰ ਸੀ ਬਸ। ਤੇ ਰੁਜ਼ਗਾਰ ਆਪਣਾ ਵਾਹ ਸੀ, ਖੇਤੀਬਾੜੀ ਦਾ ਕੰਮ ਸੀ ਬੜਾ ਸੋਹਣਾ। ਤੇ ਆਪਣੇ ਫਾਦਰ ਸਾਹਿਬ ਦਾ ਨਾਮ ਕੀ ਸੀ ਜੀ? ਲੇਟ ਸ਼੍ਰੀ ਅਮਰਨਾਥ। ਔਰ ਦਾਦਾ ਜੀ ਦਾ ਪਰਮਾਨੰਦ ਜੀ। ਹਾਂ, ਇਹ 4-5 ਭਰਾ ਸੀ ਦਾਦਾ ਜੀ ਸਾਡੇ। ਤੇ ਉਹ ਜਿਹੜੇ ਦਾਦਾ ਜੀ ਸੀ ਆਪਣੇ, ਆਹੋ, ਉਹ ਵੀ ਇੱਧਰ ਆ ਗਏ ਸੀ ਉਦੋਂ? ਹਾਂ, ਸਾਰੇ ਆ ਗਏ ਸੀ। ਜਿਹੜੇ ਦਾਦਾ ਜੀ ਦੀ ਡੈਥ ਹੈ ਉਹ ਇੱਧਰ ਆਣ ਕੇ ਹੋਈ ਹੈ? ਇੱਥੇ ਅੰਬਾਲੇ ਹੋਈ ਹੈ ਜਾ ਕੇ, ਬਲਦੇਵ ਨਗਰ ਚ। ਬਲਦੇਵ ਨਗਰ। ਮਤਲਬ ਜਦੋਂ ਆਪਾਂ ਉੱਥੋਂ ਆਏ ਤੇ ਰਾਜ ਮਤਲਬ ਕੀ ਕੁਛ ਆਪਣੇ ਨਾਲ ਬਹੁਤ ਮਾੜਾ ਵਾਪਰਿਆ ਹੈ ਨਾ, ਜਿਹੜਾ ਤੁਸੀਂ ਅੱਜ ਤੱਕ ਨਾ ਭੁੱਲ ਸਕੇ ਹੋ, ਵੀ ਜਿਹੜਾ ਅੱਜ ਵੀ ਜਿਹਨੂੰ ਮਤਲਬ ਸੋਚ ਕੇ ਜਿਹਨੂੰ ਕਹਿੰਦੇ ਵੀ ਰੂਹ ਕੰਬ ਜਾਂਦੀ ਹੋਣੀ? ਠੀਕ, ਗੱਡੀਆਂ ਆ ਗਈਆਂ। ਹਾਂਜੀ। ਤੇ ਅਸੀਂ ਜਿਹੜਾ ਜਲਦੀ ਆਪਣਾ ਜ਼ਰੂਰਤਮੰਦ ਸਮਾਨ ਸੀ ਉਹ ਚੱਕ ਕੇ ਗੱਡੀਆਂ
ਧਰਿਆ, ਹਾਂਜੀ ਕੋਈ ਪੰਡਾ ਕੋਈ ਬਕਸੇ ਜੋ ਕੁਛ ਹਾਂ ਜੋ ਵੀ ਚੱਕ ਲੈ ਆ ਗਿਆ ਸਾਡੇ ਤੋਂ। ਜ਼ਰੂਰਤ ਦਾ ਸਮਾਨ ਹੋਣਾ। ਹਾਂ ਗੱਡੀਆਂ ਹੀ ਧਰਤਾ, ਗੱਡੀਆਂ ਉੱਥੋਂ ਚੱਲੀਆਂ ਤੇ ਗੁਰਦੁਆਰਾ ਪੰਜੇ ਸਾਹਿਬ ਹੈ ਨਾ, ਉੱਥੇ ਉਹਦੇ ਥੋੜ੍ਹਾ ਪਿੱਛੇ ਹੀ ਟ੍ਰੇਨਿੰਗ ਕੈਂਪ ਸੀ ਇਹਨਾਂ ਦਾ, ਰੰਗਰੂਟ ਭਰਤੀ ਕਰਦੇ ਹੁੰਦੇ ਸੀ ਨਾ ਉੱਥੇ ਟ੍ਰੇਨਿੰਗ ਫੌਜੀਆਂ ਦਾ। ਉਹਨਾਂ ਨੇ ਉੱਥੇ ਕੈਂਪ ਲਾਇਆ ਸਾਡਾ, ਵਾਹ ਕੈਂਪ, ਉਹਦਾ ਨਾਂ ਸੀ ਵਾਹ ਕੈਂਪ। ਵਾਹ ਕੈਂਪ, ਵਾਹ ਕੈਂਪ। ਹਾਂਜੀ ਹਾਂਜੀ। ਤੇ ਉੱਥੇ ਅਸੀਂ ਕਈ ਮਹੀਨੇ ਰਹੇ। ਵਾਹ ਕੈਂਪ 'ਚ ਖਾਣਾ ਪੀਣਾ ਸਭ ਗੌਰਮੈਂਟ ਨੇ ਦੇਣਾ, ਤੜਕੇ ਹੀ ਉੱਠਣਾ, ਫਿਰਨਾ ਖੇਲਣਾ, ਗੁਰਦੁਆਰੇ ਚਲਾ ਜਾਣਾ, ਨਹਾ ਧੋ ਕੇ ਆਪਣਾ ਲੰਗਰ ਛਕਣਾ, ਸਾਰਾ ਦਿਨ ਇੱਧਰ ਉੱਧਰ ਘੁੰਮਣਾ, ਫਿਰ ਵਾਪਸ ਆਪਣੇ ਨਾਲ ਮਾਤਾ ਜੀ ਵੀ ਹੋਣੇ? ਮਾਤਾ ਜੀ, ਪਿਤਾ ਜੀ, ਦਾਦੀ ਜੀ, ਚਾਚਾ ਜੀ, ਸਾਰਾ ਪਰਿਵਾਰ ਮਤਲਬ ਸਾਰੇ ਪੂਰਾ ਉੱਥੇ। ਭੈਣਾਂ ਵੀ ਹੋਣੀਆਂ ਜੀ ਆਪਣੇ ਨਾਲ? ਹਾਂ ਭੈਣਾਂ ਵੀ। ਤੇ ਜਿਹੜੇ ਉਹ ਵੀ ਮੇਰੇ ਚਾਚਾ ਜੀ ਪੜ੍ਹਦੇ ਹੁੰਦੇ ਸੀ, ਇਹ ਵੀ ਫਿਰ ਵਿੱਚ ਹੀ ਸੀ। ਉਹਦੇ ਬਾਅਦ ਤਾਂ ਫਿਰ ਚੱਲਦੇ ਰਹੇ। ਉਹਦੇ ਬਾਅਦ ਜਦ ਹੁਕਮ ਆਇਆ ਨਾ ਬਈ ਹਾਂ ਚੱਲੋ ਹਿੰਦੁਸਤਾਨ ਚੱਲਣਾ ਜੀ, ਬਾ ਫਿਰ ਉੱਥੋਂ ਗੱਡੀ 'ਤੇ ਬਹਾ ਕੇ ਰਾਵਲਪਿੰਡੀ ਲਿਆਏ। ਅੱਛਾ, ਪੰਜੇ ਸਾਹਿਬ ਤੋਂ? ਹਾਂ ਪੰਜੇ ਸਾਹਿਬ ਨਾ, ਵਾਹ ਕੈਂਪ। ਵਾਹ ਕੈਂਪ ਤੋਂ ਉਹਦਾ ਨਾਂ ਰੱਖਿਆ ਵਾਹ ਕੈਂਪ, ਨਾਲ ਹੀ ਪੰਜੇ ਸਾਹਿਬ ਸੀ ਜੀ। ਤੇ ਵਾਹ ਕੈਂਪ ਤੋਂ ਫਿਰ ਗੱਡੀਆਂ ਆਈਆਂ ਰਾਵਲਪਿੰਡੀ ਤੋਂ, ਉਹਦੇ ਹੀ ਬਹਾ ਕੇ ਰਾਵਲਪਿੰਡੀ ਲੈ ਆਏ। ਰਾਵਲਪਿੰਡੀ ਟ੍ਰੇਨ ਸੀ, ਟ੍ਰੇਨ ਨਾਲ ਫਿਰ ਉਹਨਾਂ ਨੇ ਕੁਝ ਦਿਨ ਉੱਥੇ ਰਹੇ। ਉਹਦੇ ਬਾਅਦ ਟ੍ਰੇਨ 'ਚ ਬੈਠ ਗਏ। ਇੱਧਰੋਂ ਟ੍ਰੇਨ ਗਈ ਪਾਕਿਸਤਾਨ ਤੋਂ, ਹਿੰਦੁਸਤਾਨ ਤੋਂ ਆਈ ਉੱਧਰੋਂ, ਇੱਧਰੋਂ ਅੰਬਾਲੇ ਤਰਫ ਦੀ, ਪੰਜਾਬ ਤੋਂ ਇੱਧਰੋਂ ਟ੍ਰੇਨਾਂ ਜਿਹੜੀਆਂ ਗਈਆਂ। ਇਹ ਪਹਿਲੇ ਤਾਂ ਟ੍ਰੇਨ ਠੀਕ ਗਈ ਤੇ ਉੱਧਰੋਂ ਜਿਹੜੀਆਂ ਟ੍ਰੇਨਾਂ ਆਈਆਂ ਨਾ, ਉਹਦੇ ਇਹਨਾਂ ਨੇ ਕਾਟਾਬਾਜੀ ਸ਼ੁਰੂ ਕਰਤੀ। ਅਟਾਰੀ ਆ ਕੇ ਟ੍ਰੇਨਾਂ ਰੁਕੀਆਂ। ਬਹੁਤ ਮਾੜਾ। ਮੈਂ ਕਹਿੰਦਾ ਸਾਡੇ ਨਾਲ ਗੋਰਖਾ ਫੌਜ ਸੀ ਜੀ, ਉਹਨਾਂ ਨੇ ਹਰ ਇੱਕ ਡੱਬੇ 'ਤੇ ਕੱਲਾ ਕੱਲਾ ਗਨ ਰੱਖੀ, ਬਰਛੇ ਬੁਰਛੇ ਰੱਖੇ ਉਹਨਾਂ ਨੇ। ਤੇ ਮੁਸਲਮਾਨਾਂ ਨੇ ਸਾਡੀ ਅਟਾਰੀ ਆ ਕੇ ਰੋਕ ਲਈ ਗੱਡੀ। ਮਤਲਬ ਫੌਜ ਦੀ ਸੁਰੱਖਿਆ ਹੋਣ ਦੇ ਬਾਵਜੂਦ ਵੀ? ਹਾਂ ਹਾਂ ਹਰ ਇੱਕ ਡੱਬੇ ਹੀ ਸੀ, ਲੇਕਿਨ ਮੁਸਲਮਾਨ ਜਿਹੜੇ ਸੀ ਉਹ ਡਰਾਈਵਰ ਸੀ ਗੱਡੀਆਂ ਦੇ। ਉਹ ਜਿੱਥੇ ਮੁਸਲਮਾਨ ਦਾ ਇਕੱਠ ਹੋਏ, ਕਈ ਗੱਡੀਆਂ ਇਹਨਾਂ ਨੇ ਖ਼ਤਮ ਕਰਕੇ ਭੇਜੀਆਂ ਇੱਥੇ ਹਿੰਦੂਆਂ ਦੀਆਂ, ਪੰਜਾਬ 'ਚ ਆਈਆਂ। ਫਿਰ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ। ਫਿਰ ਆਪਣਾ ਭਾਰਤ ਵਾਲਿਆਂ ਨੇ, ਹਿੰਦੂਆਂ ਨੇ ਮਾਰਨਾ ਸ਼ੁਰੂ ਕਰਿਆ? ਹਿੰਦੂਆਂ ਨੇ ਫਿਰ ਮੁਸਲਮਾਨਾਂ ਨੂੰ ਮਾਰ ਮਾਰ ਕੇ ਗੱਡੀਆਂ ਭੇਜੀਆਂ। ਫਿਰ ਇਹ ਕਤਲੇਆਮ ਬੰਦ ਹੋਇਆ। ਅਸੀਂ ਫਿਰ ਅਟਾਰੀ ਤੋਂ ਫਿਰ ਚਲੇ ਅੱਗੇ ਅੰਮ੍ਰਿਤਸਰ। ਅੰਮ੍ਰਿਤਸਰ ਆ ਕੇ ਹੈਜੇ ਦੀ ਸ਼ਿਕਾਇਤ ਹੋ ਗਈ, ਕਿਉਂ ਦੁਨੀਆ ਭੁੱਖੀ, ਪਾਣੀ ਨਾ ਰੋਟੀ ਨਾ ਪਾਣੀ, ਕੱਟ ਵੱਢ ਸ਼ੁਰੂ ਸੀ। ਤੇ ਅਟਾਰੀ ਆ ਕੇ ਨਾ ਉਹਨਾਂ ਨੇ ਇੱਕ ਗੱਡੀ ਖ਼ਤਮ ਕਰਤੀ ਸਾਰੀ ਹਿੰਦੂਆਂ ਦੀ। ਮੁਸਲਮਾਨਾਂ ਨੇ ਖ਼ਤਮ ਕਰਤੀ, ਮਾਰਤਾ ਉਹਨਾਂ ਨੂੰ। ਤੇ ਫਿਰ ਪੰਜਾਬ ਦਿਆਂ ਨੂੰ ਗੁੱਸਾ ਚੜ੍ਹਿਆ। ਇਹਨਾਂ ਨੇ ਫਿਰ ਜਿੰਨੇ ਮੁਸਲਮਾਨ ਸੀ ਨਾ, ਇਹਨਾਂ ਨੇ 2 ਗੱਡੀਆਂ ਮਾਰ ਕੇ ਭੇਜੀਆਂ। ਇੱਕ ਨਿੱਕਾ ਜਿਹਾ ਹੋਰ ਮੇਰੇ ਮਨ 'ਚ ਸਵਾਲ ਉੱਠ ਰਿਹਾ ਬਜ਼ੁਰਗ। ਹਾਂ ਕਿ ਸਿੱਖ ਵੀ ਸੀ ਆਪਣੇ ਨਾਲ? ਹਾਂ ਉਧਰੋਂ ਸਿੱਖ ਵੀ ਆਏ ਹੋਣੇ? ਉਹ ਖੱਤਰੀ ਭਰਾ ਸਾਡੇ ਸਿੱਖ ਸੀ ਯਾਰ। ਕਈ ਤਾਂ ਸਾਡੇ 'ਚੋਂ ਸਿੱਖ ਬਣਿਆ, ਜਿਹੜਾ ਨਹੀਂ ਬਚਦਾ ਸੀ, ਬੱਚੇ ਦੀ ਨਹੀਂ ਹੁੰਦਾ ਸੀ, ਉਹਦੇ ਬੱਚਾ ਹੋਇਆ, ਉਹਨੇ ਸਰਦਾਰ ਕੇਸ ਰਖਾ ਲਏ। ਓਏ ਇਹ ਬਰਾਦਰੀ ਸਾਰੀ ਇੱਕ ਸੀ। ਅੱਛਾ ਜੀ। ਸਿੱਖ ਹਿੰਦੂ ਸਾਰੀ ਇੱਕ ਬਰਾਦਰੀ ਸੀ। ਹਾਂ, ਕਿਉਂਕਿ ਹਿੰਦੂ ਹੈ ਨਾ ਜਿਹੜੇ ਬ੍ਰਾਹਮਣ ਹੈ, ਅਸੀਂ ਬਾਈ ਕਾਸਟ ਬ੍ਰਾਹਮਣ ਹਾਂ। ਜ਼ਿਮੀਂਦਾਰ ਜ਼ਰੂਰ ਸੀ, ਖੇਤੀਬਾੜੀ ਕਰਦੇ ਸੀ, ਲੇਕਿਨ ਪਣਸਾਈ ਨਹੀਂ ਕਰਦੇ ਸੀ ਅਸੀਂ। ਅਸੀਂ ਆਪਣੇ ਮਿਹਨਤ ਕਰਕੇ, ਕਿਉਂ ਇੰਨੇ ਪੜ੍ਹੇ ਲਿਖੇ ਹੁੰਦੇ ਨਹੀਂ ਸੀ, ਤੇ ਸ਼ਹਿਰਾਂ 'ਚ ਹੈ ਪੜ੍ਹਾਈ ਲਿਖਾਈ ਸੀ। ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਆਪਣੇ ਹੱਥੀਂ ਕਿਰਤ ਕਰਕੇ, ਬਸ ਮਿਹਨਤ ਕਰਕੇ ਖਾਣ ਵਾਲੇ ਬੰਦੇ ਸੀ ਅਸੀਂ। ਠੀਕ ਹੈ ਜੀ। ਤੇ ਉਹਦੇ ਬਾਅਦ ਕਿਆ ਹੋਇਆ ਜੀ, ਉੱਥੋਂ ਆ ਗਿਆ ਅੰਮ੍ਰਿਤਸਰ। ਅੰਮ੍ਰਿਤਸਰ ਐਜੇ ਦਾ ਪ੍ਰੋਗਰਾਮ ਹੋ ਗਿਆ ਸ਼ੁਰੂ, ਦੁਨੀਆ ਮਰਨਾ ਸ਼ੁਰੂ ਹੋ ਗਈ। ਉੱਥੇ ਮੇਰੀ ਛੋਟੀ ਭੈਣ ਜਿਹੜੀ ਹੈ ਨਾ, ਉਹ ਮਰ ਗਈ ਸੀ। ਫਿਰ ਅਸੀਂ ਉੱਥੇ ਅੰਮ੍ਰਿਤਸਰ ਕੁਝ ਦਿਨ ਰਹੇ। ਸਵੀਮਿੰਗ ਪੂਲ ਹੁੰਦਾ ਸੀ ਸਟੇਸ਼ਨ ਦੇ ਨਾਲ ਹੀ, ਬਾਜੀ ਨਾਲ ਬਾਗ ਬੂਗ ਸੀ, ਜ਼ਮੀਨਾਂ ਸੀ। ਤੇ ਉੱਥੇ ਜੀ ਜਾਣਾ, ਨਹਾ ਧੋ ਗਿਆ ਨਾ, ਤੇ ਜੋ ਸਬਜ਼ੀ ਵਗੈਰਾ ਮੁਸਲਮਾਨਾਂ ਦੀ ਲਾਈ ਸੀ, ਉਹ ਅਸੀਂ ਪੱਟ ਪੁੱਟ ਕੇ ਸਬਜ਼ੀ ਬਣਾਉਣੀ।
ਤੇ ਬਈ ਭੁੱਖੇ ਨਹੀਂ ਰਹੇ ਕਿਦਨੀ, ਕਿਉਂ ਘਰੋਂ ਵੀ ਚਲੇ ਤਾਂ ਪ੍ਰੋਗਰਾਮ ਬਣਾ ਕੇ ਚਲੇ। ਫਿਰ ਅੱਗੇ ਵਾਹ ਕੈਂਪ ਆਏ, ਉੱਥੇ ਵੀ ਗੌਰਮੈਂਟ ਨੇ ਬੜੀ ਸੇਵਾ ਕੀਤੀ। ਔਰ ਇਹ ਸਾਰਾ ਰਾਵਲਪਿੰਡੀ ਦੇ ਥਰੂ ਹੋਇਆ ਹੈ, ਕਿਉਂਕਿ ਰਾਵਲਪਿੰਡੀ ਗੜ੍ਹ ਸੀ ਫੌਜ ਦਾ, ਉੱਥੋਂ ਹੀ ਪ੍ਰੋਗਰਾਮ ਸ਼ੁਰੂ ਹੁੰਦਾ ਸੀ। ਤੇ ਹੁਣ ਵੀ ਇਹ ਆ ਵੀ ਰਾਵਲਪਿੰਡੀ ਕਹਿੰਦੇ ਸੀ ਵੀ ਜਾਣਾ ਹੈ, ਉਹ ਮੈਂ ਕਿਹਾ ਜਾਣਾ ਕਿਆ ਹੈ ਯਾਰ, ਉੱਥੇ ਜਾਵਾਂਗੇ ਨਾ ਕੋਈ ਜਾਣਕਾਰ ਹੈ, ਕਿਹਦੇ ਨਾਲ ਕਰਾਂਗੇ। ਜਾਣਕਾਰ ਤੋਂ ਮੈਨੂੰ ਥੋੜਾ ਚੇਤਾ ਆਉਂਦਾ ਕਿ ਉੱਥੇ ਜਦੋਂ ਆਪਣਾ ਪਿੰਡ ਸੀ, ਘਰ ਸੀ, ਹਨਾ, ਕਿਉਂਕਿ ਪਿੰਡਾਂ 'ਚ ਕੋਈ ਜਾਤ ਪਾਤ ਇੰਨਾ ਨਹੀਂ ਹੁੰਦਾ, ਹਨਾ, ਇੱਕ ਦੋਸਤੀ ਹੁੰਦੀ ਹੈ, ਇੱਕ ਲਿਹਾਜ਼ ਹੁੰਦੀ, ਇੱਕ ਪਿਆਰ ਹੁੰਦਾ। ਹਾਂ, ਰਿਸ਼ਤੇਦਾਰੀ ਵਿਆਹ ਸ਼ਾਦੀ ਜੀ ਬੁਲਾਉਂਦੇ ਆ ਉਹਨਾਂ ਨੂੰ। ਤੇ ਉਹ ਮੁਸਲਮਾਨਾਂ ਨਾਲ ਵੀ ਹੋਣਾ, ਮੁਸਲਮਾਨਾਂ ਨਾਲ ਵੀ ਅੱਛੇ, ਜਿਹੜੇ ਉਹ ਮੁਸਲਮਾਨ ਮਿੱਤਰ ਸੀ, ਆਪਣੇ ਦੋਸਤ ਬਣੇ ਹੋਏ, ਜਿਹਨਾਂ ਨੂੰ ਉੱਠ ਬੈਠ ਸੀ, ਆਣਾ ਜਾਣਾ ਸੀ ਵਿਆਹਾਂ 'ਚ, ਆਣਾ ਜਾਣਾ ਸੀ। ਤੇ ਉਹਨਾਂ ਨਾਲ ਕਿਵੇਂ ਰਿਹਾ ਵੀ ਉਹਨਾਂ ਨੇ ਆਪਣੀ ਮਦਦ ਨਹੀਂ ਕਰੀ? ਨਾ ਜੀ, ਕਰੀ ਹੈ। ਉਹਦੇ ਚਾਨਣਾ ਸਾਡੇ ਚਾਰੋਂ ਤਰਫ ਇੱਧਰ ਸਾਡੇ ਮਗਰਲੇ ਬੰਨੇ ਮਕਾਨਾਂ ਦੇ ਮਕਾਨ ਸਾਡੇ ਸੀ ਲੰਬੇ ਹੋਏ ਇਦਾਂ ਦਾ ਵੀ ਜਿਹਨਾਂ ਨੇ ਆਪਣੀ ਹੈਲਪ ਕਰੀ ਹੋਵੇ, ਦੱਸਦੇ ਆ ਤੁਹਾਨੂੰ, ਕਿਉਂਕਿ ਸਾਡੇ ਘਰ ਦੇ ਮਗਰੋਂ ਸੜਕ ਨਿਕਲੀ ਹੈ, ਉਹ ਜਾਂਦੀ ਸੀ ਅੱਗੇ, ਕੋਈ ਅਫਸਰ ਜਾਂ ਕੋਈ ਬੜੇ ਆਦਮੀ ਆਉਂਦੇ ਸੀ, ਜਾਂ ਕੋਈ ਮਸ਼ਹੂਰ ਆਦਮੀ ਆਇਆ, ਜਾਂ ਵੋਟਾਂ ਬਾਟਾਂ 'ਚ, ਤੇ ਉੱਪਰ ਜਾਂਦੇ ਸੀ ਠੰਡੇ ਪਾਣੀ ਤੋਂ। ਕੋਟੇ ਤੋਂ ਆਉਂਦੀ ਸੀ ਇਹ ਸੜਕ, ਰਾਵਲਪਿੰਡੀ ਤੋਂ ਕੋਟੇ ਤੋਂ ਸਾਡੇ ਪਿੰਡ ਤੋਂ ਅੱਗੇ ਚਲੀ ਜਾਂਦੀ ਸੀ। ਅੱਗੇ ਮੈਂ ਨਾ ਇੰਨੇ ਨਹੀਂ ਜਾਣਦਾ ਪਿੰਡਾਂ ਦੇ, ਲੇਕਿਨ ਇਹ ਹੈ ਵੀ ਜਿਹੜੀ ਯਾਦਾਸ਼ਤ ਹੈ ਉਹ ਤੁਹਾਨੂੰ ਦੱਸਾਂਗਾ ਬਈ ਉੱਥੇ ਬਹੁਤ ਠੀਕ ਰਹਿ ਰਹੇ ਸੀ, ਬਹੁਤ ਅੱਛੀ ਤਰ੍ਹਾਂ ਰਹਿ ਰਹੇ ਸੀ ਪਾਕਿਸਤਾਨ 'ਚ। ਤੇ ਜਦੋਂ ਆਏ ਆ ਨਾ ਹੱਲਿਆਂ ਦੇ ਬਾਅਦ, ਬਾ ਫਿਰ ਤਾਂ ਭੁੱਖੇ ਤਾਂ ਆਪਾਂ ਰਹੇ ਨਹੀਂ, ਕਿਉਂ ਇਹ ਗੌਰਮੈਂਟ ਨੇ ਵੀ ਕੁਛ ਬੜਾ ਇੰਤਜ਼ਾਮ ਵਧੀਆ ਕੀਤੇ ਹੋਏ, ਇੰਤਜ਼ਾਮ ਬੜੀ ਮਦਦ ਕਰਦੀ ਰਹੀ ਰੋਟੀ ਪਾਣੀ ਦੀ। ਤੇ ਜਿੱਥੇ ਅੰਮ੍ਰਿਤਸਰ ਆ ਕੇ ਨਾ ਜ਼ਿਆਦਾ ਹੈਜੇ ਵਜੇ ਦੀ ਸ਼ਿਕਾਇਤ ਹੋਈ, ਉਹਦੇ ਬਾਅਦ ਉੱਥੇ ਕੁਝ ਦਿਨ ਰਹਿਣ ਦੇ ਬਾਅਦ ਅਸੀਂ ਸਿੱਧੇ ਹੀ ਗੱਡੀ ਮਿਲੀ ਸਾਨੂੰ, ਹੁਕਮ ਹੋਇਆ ਮਾਲਕ ਦਾ, ਤਾਂ ਅਸੀਂ ਕੁਲਛੇਤਰ ਆ ਗਏ। ਕੁਲਛੇਤਰ ਆ ਕੇ ਗੱਡੀ ਰੁਕੀ, ਉੱਥੇ ਰਹੇ ਕੁਝ ਦਿਨ ਕਿਹਾ ਵਾਹ ਰਹੇ, ਇਹ ਪਤਾ ਨਹੀਂ ਵੀ ਸਾਲ ਜਾਂ 6 ਮਹੀਨੇ ਜਾਂ 2 ਸਾਲ ਬਸ ਰਹੇ ਆ ਉੱਥੇ। ਨਹੀਂ ਵੀ ਰਹਿੰਦਾ ਹੈ, ਕਿਉਂਕਿ ਬਹੁਤ ਜ਼ਿਆਦਾ ਟਾਈਮ ਹੋ ਗਿਆ, ਬਹੁਤ ਜ਼ਿਆਦਾ। ਅੱਜ ਆਪਣੀ ਉਮਰ ਕਿੰਨੀ ਹੈ ਬਜ਼ੁਰਗੋ? ਅੱਜ ਮੇਰੇ ਖਿਆਲ 80 ਤੋਂ ਇੱਕ ਦਾ ਕੰਮ ਹੋ ਗਿਆ। ਹਾਂ, ਬਸ ਮੰਨ ਕੇ ਚਲੋ 73 ਸਾਲ ਉਹਨੂੰ ਹੋ ਗਏ, 6 ਸਾਲ 80 ਸਾਲ ਦੇ ਆਸ-ਪਾਸ ਸਾਨੂੰ 1942 ਤੇ 42। ਹਾਂ, ਆਪਾਂ ਉਹ ਗੱਲ ਕਰ ਰਹੇ ਸੀ ਕਿ ਜਿਹੜੇ ਉੱਥੇ ਆਪਣੇ ਮੁਸਲਮਾਨ ਮਿੱਤਰ ਸੀ, ਜਿਹਨਾਂ ਨੂੰ ਉੱਠਣਾ ਸੀ, ਉਹਨਾਂ ਨੇ ਕਿੰਨੀ ਕੁ ਮਦਦ ਕਰੀ ਆਪਣੀ? ਉਹਨਾਂ ਨੇ, ਜਿਨ੍ਹਾਂ ਦੇ ਨਾਲ ਪਿਆਰ ਸੀ, ਉਹ ਸਾਡੇ ਘਰ ਤੋਂ ਜਦ ਤੱਕ ਦੂਰ ਤੱਕ ਜ਼ਮੀਨ ਸੀ ਸਾਡੀ, ਚਾਰੋਂ ਤਰਫ ਹੈ, ਪਿੱਛੇ ਨਹੀਂ ਸੀ, ਅੱਗੇ ਹੀ ਸੀ, ਪਿੱਛੇ ਵੀ ਸੀ। ਜ਼ਮੀਨ ਕਿੰਨੀ ਸੀ ਬਜ਼ੁਰਗੋ? ਜ਼ਮੀਨ ਮੇਰੇ ਖਿਆਲ 35 ਕਿੱਲੇ ਤੋਂ ਜ਼ਿਆਦਾ ਹੀ ਹੋਣੀ। 35 ਕਿੱਲੇ ਤੋਂ ਜ਼ਿਆਦਾ? ਹਾਂ, ਜਿਹੜੀ ਵਾਕ ਸੀ, ਜਿਹੜੀ ਵਾਂਦੇ ਸੀ, ਬਾਕੀ ਜੰਗਲ ਜੁਗਲ ਦਾ ਇੰਨਾ ਪਤਾ ਨਹੀਂ ਵੀ। ਘਰ-ਬਾਰ ਆਪਣਾ ਕਿੰਨਾ ਵੱਡਾ ਸੀ ਉੱਥੇ? ਘਰ-ਬਾਰ ਇਹ ਸੀ, ਸ਼ੁਰੂ 'ਚ ਸਾਡੇ ਦਾਦਾ ਜੀ ਸੀ, ਉਹਦੇ ਬਾਅਦ ਛੋਟਾ ਭਰਾ ਸੀ ਉਹਨਾਂ ਦੇ ਮਕਾਨ ਸੀ, ਉਹਦੇ ਅੱਗੇ ਤੀਸਰਾ ਭਰਾ ਸੀ, ਉਹਦਾ ਇੱਕ ਦਾਦਾ ਜੀ ਸੀ, ਉਹ ਪੜ੍ਹੇ ਲਿਖੇ ਸੀ, ਡਾਕਟਰ ਸੀ, ਉਹਨਾਂ ਦਾ ਨਾਮ ਸੀ ਦੀਵਾਨ ਚੰਦ, ਸਵਰਗੀ ਦੀਵਾਨ ਚੰਦ। ਡਾਕਟਰ ਸੀ ਜੀ, ਡਾਕਟਰ ਸਵਰਗੀ ਹੈ। ਹਾਂ, ਸੀਲਾ ਵਾਲੀ ਉਹਨਾਂ ਦੀ ਦੁਕਾਨ ਸੀ, ਸੀਲਾ ਵਾਲੀ ਗੁਜਰਾਂ ਵਾਲੇ ਤੋਂ ਉਰਲੇ ਪਾਸੇ ਸੀਲਾ ਵਾਲੀ ਹੈ, ਉੱਥੇ ਉਹਨਾਂ ਨੇ ਆਪਣਾ ਕੰਮ ਜਮਾ ਲਿਆ ਸੀ। ਤੇ ਨੌਕਰ ਸਾਰੇ ਮੁਸਲਮਾਨ ਸੀ, ਉਹਨਾਂ ਦੇ 8-10 ਨੌਕਰ ਰੱਖੇ ਸੀ ਉਹਨਾਂ ਨੇ, ਤੇ ਸਾਰੇ ਮੁਸਲਮਾਨ ਸੀ। ਤੇ ਸ਼ਾਦੀ ਤੋਂ ਬਾਅਦ ਬੱਚਿਆਂ ਨੂੰ ਵੀ ਲੈ ਗਏ ਸੀ, ਫਿਰ ਆ ਕੇ ਛੱਡ ਕੇ ਕਹਿੰਦੇ ਵੀ ਮੁਸਲਮਾਨ ਹੈ ਸਾਰੇ, ਤੇ ਬਸ ਤੁਸੀਂ ਘੁੰਮ ਫਿਰ ਲੈ, ਫਿਰ ਦੇਖਾਂਗੇ ਕਦੀ ਮੌਕਾ ਲੱਗਿਆ ਤੇ ਤੁਹਾਨੂੰ ਫਿਰ ਘੁਮਾ ਦਿਆਂਗੇ। ਤਾਂ ਸਾਡੇ ਚਾਚਾ ਨੇ ਉਹਨਾਂ ਨੇ 2 ਸ਼ਾਦੀਆਂ ਕੀਤੀਆਂ ਸੀ। ਡਾਕਟਰ ਸਾਹਿਬ ਨੇ? ਪਹਿਲੇ 'ਚੋਂ ਇੱਕ ਲੜਕਾ ਹੋਇਆ, ਉਹਦੀ ਡੈਥ ਹੋ ਗਈ। ਫਿਰ ਉਹਨਾਂ ਦੇ ਮੇਰੇ ਖਿਆਲ ਸਾਲੀ ਸੁਰੀ ਹੋਣੀ,
ਸਾਡੀ ਦਾਦੀ ਜੀ। ਫਿਰ ਉਹ ਕਰਦਿਆਂ ਦੇ ਉਹਨਾਂ ਨੇ ਉਹ ਵੀ ਦੇ ਦਿੱਤੀਆਂ ਨੇ। ਵਿਆਹ ਹੋ ਗਿਆ, ਇਹਨਾਂ ਦੇ ਵੀ ਕੁੜੀ ਮੁੰਡਾ ਹੋਏ ਫਿਰ ਅੱਗੇ। ਉਹਨਾਂ ਦਾ ਨਾਮ ਕੀ ਸੀ ਜੀ? ਇੱਕ ਦਾ ਨਾਮ ਪੂਰਨ ਸੀ ਜੀ ਤੇ ਇੱਕ ਦਾ ਨਾਮ ਸੀ ਸੋਮਦੱਤ ਤੇ ਭੂਆ ਸਾਡੀ ਦਾ ਨਾਮ ਸੀ ਗੁੱਡੀ ਗੁੱਡੀ ਕਹਿੰਦੇ ਹੁੰਦੇ ਸੀ। ਬਸ ਇੰਨਾ ਯਾਦ ਜਿਹੜੇ ਹੈ। ਸੋਮਦੱਤ ਸੀ ਉਹਨਾਂ ਦੀ ਮੰਮੀ ਦਾ ਨਾਮ ਕੀ ਸੀ? ਡਾਕਟਰ ਸਾਹਿਬ ਦੀ ਦੂਜੀ ਘਰ ਵਾਲੀ। ਬਸ ਚੇਤੇ ਨਹੀਂ ਰਿਹਾ। ਚੇਤੇ ਨਹੀਂ। ਚਲੋ ਕੋਈ ਗੱਲ ਮੈਂ ਨਹੀਂ। ਕਦੀ ਨਾਂ ਦੀ ਜ਼ਰੂਰਤ ਹੀ ਨਹੀਂ ਪਈ ਨੇ, ਬਜ਼ੁਰਗ ਸੀ ਤੇ ਆਪਾਂ ਉਹ ਗੱਲ ਕਰ ਰਹੇ ਸੀ ਬਜ਼ੁਰਗੋ ਦੀ, ਉਹ ਹਾਂ। ਕਿਹੜੇ ਮੁਸਲਮਾਨ ਸੀ ਜਿਨ੍ਹਾਂ ਨੇ ਮਦਦ ਆਪਣਾ ਕੀਤੀ ਬਚਾਅ ਹੈ। ਕੀਤਾ ਸੀ, ਬਿਲਕੁਲ ਹੈਲਪ ਕੀਤੀ ਸੀ ਆਪਣੀ। ਬਿਲਕੁਲ। ਇਹ ਜੀ ਜਿਸ ਟਾਈਮ ਉਹਨਾਂ ਦੇ ਨਾਮ ਚੇਤੇ ਹੋਣੇ ਮੁਸਲਮਾਨ ਹਾਂ। ਭਰਾਵਾਂ ਦੇ, ਉਹ ਵੀ ਨਹੀਂ, ਜ਼ਰੂਰ ਦੱਸਿਓ। ਮੁਸਲਮਾਨਾਂ ਦੇ ਨਾਂ ਨਹੀਂ ਯਾਦ ਅੱਛਾ ਤੇ ਸੂਬੇਦਾਰ ਹੁੰਦਾ ਸੀ ਉਹ ਮੁਸਲਮਾਨ। ਜੀ ਉਹਦੇ ਅਮੂਮਨ ਕਿਉਂਕਿ ਸਾਡੀ ਜਿੱਥੇ ਤੱਕ ਜ਼ਮੀਨ ਸੀ ਨਾ, ਉਹਦੇ ਬਾਅਦ ਉਹਨੇ ਮਕਾਨ ਮਕੂਨ ਬਣਾ ਕੇ ਪਤਾ ਨਹੀਂ ਕਿੱਧਰੋਂ ਆਇਆ ਸੀ ਜਾਂ ਉੱਥੇ ਰਹਿਣ ਵਾਲਾ ਸੀ ਉਹ, ਤੇ ਉੱਥੇ ਆ ਕੇ ਮਕਾਨ ਬਣਾਏ। ਤਾਂ ਸਾਡੇ ਉਹਨਾਂ ਦੇ ਨਾਲ ਵੀ ਜਿੱਥੇ ਚਾਚੇ ਜਵਾਨ ਹੋ ਗਏ, ਤੂੰ ਮੈਂ ਮੁੰਡਿਆਂ ਨਾਲ ਹੁੰਦੀ ਰਹਿੰਦੀ ਹੈ। ਹਾਂ ਹੁੰਦੀ ਰਹਿੰਦੀ ਹੈ। ਇਹ ਦਬਦੇ ਨਹੀਂ ਸੀ, ਇਹ ਮਾਰਦੇ ਸੀ। ਉਹ ਮੁਕੱਦਮਾ ਚੱਲਦਾ ਸੀ, ਉਹ ਲੜਾਈ ਝਗੜਾ ਨਹੀਂ ਕਰਦੇ ਸੀ, ਉਹ ਮੁਕੱਦਮਾ ਮੁਕੱਦਮਾ ਕਰਦੇ ਹੀ ਕਰਦੇ ਸੀ। ਮੁਕੱਦਮਾ ਹੀ ਕਰਦੇ ਸੀ। ਉਹਨਾਂ ਨੇ ਕਿਹਾ ਬੰਦੇ ਭੈਣ ਚੋਦ ਕਸੂਤੇ ਆ, ਇਹ ਮਾਰ ਕਟਾਈ ਤੋਂ ਡਰਦੇ ਨਹੀਂ ਹਾਂ। ਤੇ ਮਾਰ ਮੂਰ ਦੇਣਗੇ। ਮੇਰੇ ਬੱਚੇ ਵੀ ਇਹ ਜਿਹੇ ਹੈ, ਬੱਚੇ ਦੋਏ ਪਾਸੇ ਸ਼ਰਾਰਤੀ ਸੀ, ਲੇਕਿਨ ਉਹ ਜਿਹੜਾ ਬੰਦਾ ਸੀ ਉਹ ਬੜਾ ਸ਼ਰੀਫ ਸੀ। ਜਿਹੜਾ ਸੂਬੇਦਾਰ ਸੀ ਨਾ, ਉਹ ਬਹੁਤ ਸ਼ਰੀਫ ਸੀ ਮੁਸਲਮਾਨ। ਜੀ ਦੇਖੋ ਅੱਜ ਵੀ ਉਹਨੂੰ ਯਾਦ ਕਰਦੇ ਹਾਂ, ਕਿਉਂ ਕਿ ਬਹੁਤ ਨੇਕ ਬੰਦਾ। ਦੇਖੋ ਜੀ ਕਿ ਨਹੀਂ। ਚੰਗੇ ਬੰਦੇ ਨੂੰ ਨਹੀਂ ਭੁੱਲਿਆ ਜਾਂਦਾ। ਚੰਗਾ ਬੰਦਾ ਹਮੇਸ਼ਾ ਹੀ ਯਾਦ, ਅੱਜ ਵੀ ਯਾਦ ਆ ਰਿਹਾ ਆਪਾਂ ਨੂੰ। 80 ਸਾਲ ਹੋ ਗਏ ਨਾ ਗੱਲਾਂ ਨੂੰ, 80 ਮੇਕਲ ਜ਼ਿਆਦਾ ਹੀ ਹੋ ਗਏ ਹੋਣੇ, ਪਰ ਫਿਰ ਵੀ ਚੰਗਾ ਬੰਦਾ ਨਹੀਂ ਭੁੱਲਦਾ। ਤੇ ਸਾਡੇ ਜਿਹੜੇ ਚਾਚੇ ਸੀ ਇਹ ਤੇ ਬਹੁਤ ਹੀ ਗੁੱਸੇ ਵਾਲੇ ਸੀ। ਕਿਉਂ? ਆਪਣੇ ਰੋਹ 'ਚ ਰਹਿਣਾ, ਆਪਣਾ ਕੰਮ ਕਰਨਾ। ਮਜਾਲ ਆ ਕੋਈ ਆ ਕੇ ਦੂਸਰਾ ਉੱਥੇ ਬੋਲ ਜਾਏ ਜਾਂ ਕੋਈ ਗੱਲ ਕਰ ਜਾਏ ਫਾਲਤੂ, ਮਤਲਬ ਹੀ ਨਹੀਂ ਸੀ। ਬੜਾ ਰੋਬ ਦੋਬ ਸੀ। ਤਾਂ ਕਹਿੰਦੇ ਸੀ ਵੀ ਇਹ ਬਖਸ਼ੀਆਂ ਦੇ ਆ ਨਾ, ਇਹ ਬਾਹਮਣ ਜਿਹੜੇ ਆ ਕਸਾਈ ਆ, ਕੋਈ ਇਹਨਾਂ ਦੇ ਪੰਗਾ ਨਾ ਲਿਓ ਜੇ ਇਹਨਾਂ ਦੇ ਨਾਲ। ਤਾਂ ਸਾਰੀ ਦੁਨੀਆ ਡਰਦੇ, ਬਹੁਤ ਪੜੋਸ ਵੀ ਡਰਦੇ ਕਰਨ ਸੀ। ਵਾਲੇ ਬਖਸ਼ੀ ਸੀ, ਦਬਕਾ ਤਾਂ ਹੋਏਗਾ ਹੀ, ਮਿਹਨਤਾਂ ਕਰ। ਕਿਸੇ ਦਾ ਮਤਲਬ ਕਿ ਹੱਕ ਨਹੀਂ ਕਿਸੇ ਦਾ ਲੈਣਾ, ਆਪਣਾ ਦੇਣਾ ਨਹੀਂ, ਆਪਣਾ ਛੱਡਣਾ ਨਹੀਂ, ਕਿਸੇ ਦਾ ਛੱਡਣਾ ਮਾਰਨਾ ਨਹੀਂ। ਨਹੀਂ। ਬਿਲਕੁਲ ਮਿਹਨਤ ਕਰਕੇ ਖਾਣੇ ਵਾਲੇ ਸਾਰੇ ਝੋਟਿਆਂ ਵਰਗੇ ਸੀ। ਮੇਰੇ ਪਿਤਾ ਨਹੀਂ 7 ਭਰਾ ਸੀ, 7 ਦੇ ਪਿਤਾ ਜੀ ਮੇਰੇ ਬੜੇ ਸੀ। ਇਹ ਫਿਰ ਫੌਜ 'ਚ ਹੋ ਗਏ, ਬਸ ਫਿਰ ਇੱਕ ਇੱਕ ਕਰਕੇ ਦੂਸਰਾ ਵੀ ਹੋ ਗਿਆ। ਬਸ ਇਹ ਸਮਝ ਲਿਓ ਕਿ ਜਿਸ ਟਾਈਮ ਅਸੀਂ ਉੱਥੇ ਮੌਜੂਦ ਸੀ ਨਾ, ਹਾਂਜੀ ਤਾਂ ਉੱਪਰੋਂ ਮੁਸੱਲੀ ਆਏ, ਹਾਂਜੀ ਕਾਫਲਾ ਆਇਆ ਉਹਨਾਂ ਦਾ। ਹਾਂਜੀ ਉਹਨਾਂ ਦਾ ਇਹ ਇਰਾਦਾ ਸੀ ਬਈ ਇਹਨਾਂ ਨੂੰ ਮਾਰ ਮੂਰ ਕੇ ਨਾ, ਇਹਨਾਂ ਦਾ ਪੈਸਾ ਪੂਸਾ ਜੋ ਪੈਸਾ, ਕੁਛ ਹੈ, ਘਰ-ਬਾਰ ਸਭ ਕੁਛ ਹਾਂ ਨਿਕਲਣਾ, ਸਭ ਡੰਗਰ ਕੁਛ ਬੱਚਾ। ਬਈ ਇਹਨਾਂ ਨੂੰ ਖਤਮ ਕਰਨਾ ਹੈ, ਕਿਉਂਕਿ ਬਹੁਤ ਸਖਤ ਆਦਮੀ 40-50 ਆਦਮੀ ਆ ਗਏ। ਉਹ ਸੂਬੇਦਾਰ ਨੇ ਦੇਖ ਲਿਆ, ਮੁਸਲਮਾਨ ਸੂਬੇਦਾਰ ਨੇ ਦੇਖ ਲਿਆ। ਉਹ ਪੜੋਸੀ ਸੀ ਜਿਹੜਾ ਸਾਡਾ। ਉਹ ਕਹਿੰਦਾ ਉਹ ਗੱਲ ਸੁਣੋ, ਇਹ ਸੱਚੋ ਮਿਸ਼ਰਾਂ ਤੇ ਅੱਜ ਇਹ ਉੱਪਰੋਂ ਭਾਰਦੇ ਆਏ ਆ ਕਮੀਨੇ, ਔਰ ਉਹ ਛੱਡਣਗੇ ਨਹੀਂ, ਮਾਰ ਦੇਣਗੇ। ਉਹਨੇ ਆਪਣੇ ਪੁੱਤਰ ਨੂੰ ਭੇਜਿਆ ਰਾਈਫਲ ਲੈ ਕੇ, ਕਹਿੰਦਾ ਕਹਦੇ ਜਿਹੜਾ ਆ ਮਕਾਨਾਂ ਦੇ ਅੱਗੇ ਖਲੋ ਵੀ ਗਿਆ ਨਾ, ਸਾਰਿਆਂ ਨੂੰ ਗੋਲੀ ਮਾਰ ਦਿਆਂਗੇ, ਇੱਥੋਂ ਚਲੇ ਜਾਓ, ਇਹ ਤਾਂ ਸਾਡੇ ਭਰਾ ਹੈ। ਉਹਨੇ ਜਾਨ ਬਚਾਈ ਸੀ, ਕਿਆ ਪਤਾ ਉਦੋਂ ਖਤਮ ਹੋ ਜਾਂਦੇ। ਸਹੀ ਗੱਲ ਹੈ। ਹਥਿਆਰ ਤਾਂ ਸਾਡੇ ਕੋਲ ਆਇਆ ਸੀ, ਲੇਕਿਨ ਜਿੱਥੇ ਮਾਰਨ ਵਾਲੇ ਮੁਸਲਮਾਨ ਸੀ, ਉੱਥੇ ਬਚਾਉਣ ਵਾਲਾ ਵੀ ਮੁਸਲਮਾਨ ਸੀ। ਉਹ ਵੀ ਮੁਸਲਮਾਨ ਸੀ। ਮਤਲਬ ਕਿਉਂ? ਇਹ ਗੱਲ ਸਾਫ਼ ਹੈ ਕਿ ਸਾਰੇ ਮੁਸਲਮਾਨ ਮਾੜੇ ਨਹੀਂ ਹੁੰਦੇ। ਨਾ ਨਾ, 5 ਉਂਗਲੀਆਂ ਇੱਕ ਜੀਆਂ ਨਹੀਂ ਹੁੰਦੀਆਂ, ਛੋਟੀ ਬੜੀ 'ਚ ਫਰਕ ਹੈ। ਫਰਕ ਹੈ। ਲੇਕਿਨ ਉਹਦੇ ਨਾਲ ਸਾਡੀ ਵਿਆਹ ਸ਼ਾਦੀ 'ਚ ਵੀ ਪ੍ਰੋਗਰਾਮ ਹੁੰਦਾ ਸੀ। ਅਸੀਂ ਉਹਨਾਂ ਨੂੰ ਮਾਲ ਖਿਲਾਉਂਦੇ ਹੁੰਦੇ ਸੀ ਬਣਾ ਕੇ, ਉਹ ਸਾਨੂੰ ਸੁੱਕੀ ਰਸ ਦਿੰਦੇ ਹੁੰਦੇ ਸੀ। ਇੰਨਾ ਆਧਾਰ ਸੀ ਸਾਡੀ, ਕਿਉਂਕਿ ਜਿਹੜਾ ਪੜੋਸੀ ਅੱਛਾ ਹੋਏ ਉਹਦੇ ਨਾਲ ਆਧਾਰ ਕਰਨਾ ਕੋਈ ਡਰ ਨਹੀਂ ਕੋਈ ਹੈ। ਡਰ ਨਹੀਂ ਹੁੰਦਾ। ਉਹ ਦੂਸਰੇ ਮਜ਼ਹਬ ਦਾ ਸੀ, ਅਸੀਂ ਆਪਣੇ। ਬਟ ਗੱਲ ਇਨਸਾਨੀਅਤ ਦੀ ਹੈ। ਆਹ ਜਿਹਦੇ ਵਿੱਚ ਇਨਸਾਨੀਅਤ ਹੈ, ਮਜ਼ਹਬ ਭਾਵੇਂ ਕੋਈ ਵੀ ਕੋਈ ਹੋਵੇ, ਵੀ ਹੋਵੇ। ਇਨਸਾਨੀਅਤ ਤਾਂ ਇਨਸਾਨੀਅਤ ਹੈ। ਕਿਉਂਕਿ ਜਿਹੜੇ ਮਾੜੀ ਇਨਸਾਨੀਅਤ ਤਾਂ ਹਰ ਮਜ਼ਹਬ 'ਚ ਹੁੰਦੀ ਹੈ। ਸਾਡੇ ਗ੍ਰੈਂਡਫਾਦਰ
श्री परमानंद जी स्वर्गवासी, वो 17 साल मुकदमा चलता रहा उसी सुविधा नाल, क्योंकि मेरे चाचा जी दी जेडे मेरे डैडी तो छोटे चाचा जी सी, उन्हां दी शादी सी, ढोल बाजे बज रहे सी, मेल चल रहा सी, तो ब्याह जाना सी। उन्हां दा डंगर आके वड़ गया खेत ही साडे, ये देख रहे हैं भी वो साडे खेतां 'च डंगर बारते उन्हें, बाई कुहाड़ी लैके कल्ला ही चला गया, भज गया। बाई ने जाके कुहाड़ी मारी, ਉਹਦੇ ਮੁੰਡੇ ਦੇ तिरछी लगी, थोड़ा बहुता लग गया उन्होंने, लहू लुहान हो गया। तो फिर साढ़े ग्रांड फादर गए, कहते भी गल सुन, काम तो माड़ा होया है कि मुंडे ने बहुत गलत काम किया, तो ऐ कर हाली थाने थुने ना जाई, मुकदमा ना करी। मुकदमा तो करना ही है, क्योंकि इनू सदा दिलांगे, इनू मारिया कुटिया बड़ा, मैं कहते, लेकिन वो बस कम हो गया। मैनू तां पता लगे जब मार के आ गया, बस वो कहता सूबेदार कहता कोई गल नहीं, महीने बाद 2 महीने बाद जब तू कहेंगा उतना। बहुत मानता सी साडे ग्रांड फादर की, और मनते सी परमानंद जी। हाँ, परमानंद जी बहुत दिमागदार सी, इन्होंने भी 2 शादियाँ कीतियां सी। अच्छा, परमानंद बख्शी जी है ना? हाँ, वैसे मिशर कहते होंगे सी सानू उत्थे, जी जी, मिशर जी, मिशर जी। हुण ये मैनू ये पता नहीं मिशर किनू कहते। चलो जी, ते एक नाम बच जाता जी, कई बार हाँ। पिंडां 'च ना नाम हुंदा जी, फलाने पट्टी वाले, बड़े मंडे आदमी सी, ते दूर दराज तक बड़ी इज्जत होंदी सी, बहुत चढ़त सी जी अपने। हाँ, कोई मुकदमा होए, कोई परमानंद जी, हाँ जी, परमानंद जी, कोई ब्याह शादी होए, किरे लड़ाई झगड़ा हो जाए, उत्थे लै जांदे सी, निपटारा कर दिंदे सी। ते ਉਹਦੇ बाद ਇੱਥੇ आने कुलछेत्र आ गए, कुलछेत्र आ गए तो फिर कई साल रहे मेरे ख्याल कुलछेत्र। वैसे बुजुर्गो है तो बहुत औखा सी कि पहला तो अपना घर बार छुट्टिया, उस तो बाद वावा कैंप च आ गए, फिर अंमृतसर आ गए, अमृतसर आ गए, कुलछेत्र आ गए, और कुलछेत्र आ गए। जाए तो जिंदगी ना बहुत मतलब के उडारू जी जिंदगी थी, उडारू जिंदगी भाई अज भी है या नहीं है पता नहीं, हुण कित्थे जाएंगे पता नहीं, हुण जाके कित्थे रहना। यही सवाल सी कि अज दा दिन लंघ गया, कल दा कित्थे लंघेगा, कल दा कोई पता नहीं, कोई भरोसा नहीं। फिर बाह कैंप तो ना इत्थे कुलछेत्र तो इत्थे अंबाले बलदेव नगर, ये जगह खाली रकबा सी। बलदेव नगर बहुत तगड़ा जिमीदारां दी वो नहीं, जेड़े शायद अंबाले एयरफोर्स स्टेशन भी नहीं सी, है सी, ऐसी ये बहुत पुराना है, क्योंकि साडे रौल पिंडी दे उत्थों साडे पिंडां दे आदमी इत्थे अंबाला तोपखाने च सर्विस करके गए हैं। अच्छा जी, हाँ, उन्होंने दस्या मैनू, इत्थे आए ना, इत्थे आके हुण तरह दे आ गए बंदे, सारे अपने पंजाबी हैं। कहंदे यार मैं अंबाले इत्थे मैं इत्थे कोर्स करके गया, साडी ज़्यादा गन्ना च लैंदे सी ज़्यादा, ये कहंदे कट्टर बामण ते इन्होंने गल्लरां दे सिੱਟੋ, मतलब जिथे काम अड़ गया सी उत्थे बामणां नूं अगे, जिथे गल देश नूं जद भी लोड़ पई बामणां नूं अगे रखना। ये बहुत दिलदार कौम थी। साडे सरदार है सी, वो भी खतरी सी, ते जट सिख नहीं थी साडे। अच्छा जी, साडे जट सिख नहीं थी, सरदार बने, और कुछ सरदार ऐसी शहर खतरी सी वो, क्योंकि बाकी तो इलाके मैं घूमया नहीं, जे मैं दसा। एक मैनूं होर सवाल आउंदा बापू जी, मैं तुहानूं विच रोक रहा, सॉरी, हाँ जी, कि जदों वो टाइम जिथे भी मारन दीयां गल्लां हुंदियां सी देश लई, उत्थे बामणां नूं अगे रख दिंदे हुंदे सी, अगे करदे है ना? बिल्कुल। ते तुसीं हुण देख रहे हो अज ਜਿਹੜਾ ਅੱਜ ਦਾ ਭਾਰਤ ਹੈ, ਅੱਜ ਕਿਹੜੀ ਕੌਮ ਨੂੰ ਰੱਖਿਆ ਜਾਂਦਾ ਬਾਰਡਰ ਤੇ? ਬਾਰਡਰ ਤੇ ਅੱਜ ਵੀ ਬਾਹਮਣਾਂ ਨੂੰ ਹੈ। ਅੱਛਾ, ਅਜੇ ਬਾਹਮਣਾ ਰੱਖਿਆ, ਬਾਹਮਣਾਂ ਨੂੰ ਰੱਖਦਾ, ਸਰਦਾਰਾਂ ਨੂੰ ਰੱਖਦੇ ਆ, ਜੱਟਾਂ ਨੂੰ। ਹਾਂਜੀ, ਹਾਂ, ਇਹ ਇਨਫੈਂਟਰੀ ਹੈ, ਜਿੱਥੇ ਮਰਜ਼ੀ ਭੇਜ ਦਿਓ, ਨਾ ਕਰਨੀ ਨਹੀਂ ਫੌਜੀ ਨੇ, ਤੇਰੀ ਮਰਜ਼ੀ ਬਦਲੀ ਆ ਕੇ ਜੇ ਕਹਿੰਦੇ ਮਾਰ ਛਾਲ ਤਾਂ ਉਹ ਛਾਲ ਮਾਰ ਦੇਗਾ। ਹੁਕਮ ਦੇ ਪਾਬੰਦ ਹੈ ਔਰ ਇਮਾਨਦਾਰ ਹੈ, ਆਪਣੇ ਦੇਸ਼ ਦੇ ਪ੍ਰਤੀ ਇਮਾਨਦਾਰ। ਮੈਂ ਕਹਿੰਦਾ ਜਿਹੜੀ ਜ਼ਿੰਮੇਵਾਰੀ ਦੇਤੀ ਨਾ ਬਾਹਮਣਾਂ ਨੂੰ ਜਾਂ ਸਿੱਖਾਂ ਨੂੰ ਜਾਂ ਜੱਟਾਂ ਨੂੰ, उन्होंने वो काम करना ही करना है। गर्दन कट जाएगी पर पीछे खत्म हो जाए, पीछे नहीं हटना, डरते नहीं है, मरने तो नहीं डरते, मारने तो नहीं डरते, ताई तो कामयाब हैं।
ਹੁਣ ਆ ਉਹਦੇ ਬੰਜਰ ਦੀ ਮਿਲਿਆ ਸਾਨੂੰ ਜ਼ਮੀਨਾਂ। ਕਿੱਥੇ? ਆਹੋ ਇੱਥੇ ਆਪਾਂ ਨੂੰ ਕਿਹੜੀ ਜਗ੍ਹਾ ਮਿਲੀ ਸੀ ਬੰਜਰ ਜ਼ਮੀਨ? ਆ ਟਾਬਰ ਹੈ, ਟਾਬਰ। ਟਾਬਰ ਬਰਵਾਲੇ ਤੋਂ 2-2.5 ਕਿਲੋਮੀਟਰ ਹੈ। ਹਾਂਜੀ ਨਦੀਆਂ ਜੀ। ਤੇ ਜੰਗਲ। ਜੰਗਲ ਵੀ ਚਫੇਰਿਆ ਹੈ। ਤੇ ਫਿਰ ਸਾਡੀ ਜਿਹੜੀ ਜ਼ਮੀਨ ਸੀ ਨਾ ਜੀ ਉਹ ਕਈ ਸਾਲਾਂ ਬਾਅਦ ਅਸੀਂ ਰਾਜਪੁਰੇ ਡੈਡੀ ਮੇਰੇ ਬਲਦੇਵ ਨਗਰ ਤੋਂ ਫਿਰ ਪਰਮਾਨੰਦ ਜੀ। ਨਾ ਅਮਰਨਾਥ ਡੈਡੀ ਮੇਰੇ ਅਮਰਨਾਥ ਜੀ। ਇਹ ਹਸਪੀਟਲ 'ਚ ਮੁਲਾਜ਼ਮ ਹੋ ਗਏ। ਇੱਕ ਸਰਵਿਸਮੈਨ ਸੀ, ਵਾਹ ਜਵਾਨ ਸੀ, ਧੋਤਾ ਉਹਨਾਂ ਨੇ ਬਈ ਠੀਕ ਹੈ। ਉੱਥੇ ਉਹ ਸੰਭਾਲੀ ਰਾਜਪੁਰੇ ਪੜ੍ਹੇ ਲਿਖੇ ਜੀ। ਤਿੰਨੋਂ ਭਰਾ ਇੱਕ ਭੈਣ। ਔਰ ਭੈਣ ਦੀ ਵੀ ਸ਼ਾਦੀ ਉੱਥੇ ਹੋਈ ਔਰ ਇੱਕ ਭਰਾ ਦੀ ਵੀ ਉੱਥੇ ਹੀ ਹੋਈ, ਵੱਡੇ ਦੀ, ਅਨੰਦਪੁਰ ਸਾਹਿਬ ਤੋਂ। ਉਹਦੇ ਬਾਅਦ ਪਰਿਵਾਰ ਚੱਲਦਾ ਰਿਹਾ। ਭਰਾ ਹੀ ਬੜਾ ਫੌਜ 'ਚ ਹੋ ਗਿਆ, ਛੋਟਾ ਪੁਲਿਸ 'ਚ ਹੋ ਗਿਆ। ਉਹ ਅਵਨਾਸ਼ ਕੁਮਾਰ ਜੀ ਸੀ, ਹਾਂਜੀ ਇਹ ਮੇਰਾ ਵੱਡਾ ਭਰਾ ਸੀ। ਜੀ ਤੇ ਉਹਨਾਂ ਦੇ ਬਾਅਦ ਮੈਂ ਦੌਲਤ ਰਾਮ ਜੀ ਨੰਬਰ 2 ਤੇ, ਨੰਬਰ 3 ਤੇ ਸਵਰਗੇ ਡੀਐਸਪੀ ਬੀਬੀ ਬਾਲੀ ਜੀ। ਬੀਬੀ ਬਾਲੀ। ਹਾਂ, ਜੀ ਡੀਐਸਪੀ ਰਿਟਾਇਰ ਹੋਏ ਆ। ਜੀ ਉਹ ਰਾਜਪੁਰੀ ਸੈੱਟ ਹੋਏ ਆ, ਜਿੱਥੇ ਰਹਿੰਦੇ ਸੀ ਅਸੀਂ, ਜੀ। ਹਸਪੀਟਲ ਹੀ ਸੀ ਨਾ। ਹਾਂਜੀ ਹਾਂਜੀ ਬਾ ਉੱਥੇ ਹੀ ਪਟਿਆਲੇ ਵਾਲੇ ਮਹਾਰਾਜੇ ਦੇ ਉਹ ਹਸਪੀਟਲ ਬਣਾਇਆ ਸੀ। ਹਾਂਜੀ ਉੱਥੇ ਹੀ ਜਗ੍ਹਾ ਮਤਲਬ ਉਹਨਾਂ ਨੂੰ ਮਿਲ ਗਈ ਜਿੱਥੇ ਅਸੀਂ ਰਹਿ ਰਹੇ ਸੀ। ਜੀ। ਉਹਦੀ ਮੁੱਲ ਪੈ ਗਿਆ, ਪੈਸੇ ਪਾਤੇ ਆਪਣੇ ਮਿਲ ਗਈ ਜਗ੍ਹਾ। ਮਿਲ ਗਈ ਉੱਥੇ। ਰਾਜਪੁਰੇ ਰਹਿੰਦਾ ਹੈ, ਇੱਕ ਅੰਬਾਲੇ ਰਹਿੰਦਾ ਹੈ, ਬਲਦੇਵ ਨਗਰ, ਵੱਡਾ ਅਵਨਾਸ਼ ਕੁਮਾਰ ਜੀ ਸਭ ਤੋਂ ਵੱਡਾ। ਤੇ ਉਹ ਵੀ ਫੌਜੀ ਸੀ, ਉਹ ਵੀ ਸੁਰਗ ਸਿਧਾਰ ਗਏ। ਔਰ ਮਕਾਨ ਉਹਨਾਂ ਨੇ ਏਅਰ ਫੋਰਸ ਦੇ ਨਾਲ ਹੀ ਮਕਾਨ ਉਹਨਾਂ ਨੇ ਜਗ੍ਹਾ ਲੈ ਕੇ ਉੱਥੇ ਪਾ ਲਏ। ਠੀਕ ਹੈ। ਅੱਛਾ ਬਜ਼ੁਰਗੋ, ਗੱਲ ਹੋ ਰਹੀ ਸੀ ਕੁਰੂਕਸ਼ੇਤਰ ਦੀ, ਆਪਾਂ ਕੁਰੂਕਸ਼ੇਤਰ ਆ ਗਏ। ਹਾਂਜੀ, ਕੁਰੂਕਸ਼ੇਤਰ ਤੋਂ ਬਾਅਦ ਫਿਰ ਇੱਥੇ ਕਿਵੇਂ ਅਲਾਟ ਹੋਈ ਆਪਾਂ ਨੂੰ? ਉਹ ਰਾਸ਼ਨ ਕਾਰਡ ਬਣੇ ਨਾ, ਅੰਬਾਲੇ ਆ ਗਏ, ਫਿਰ ਬਲਦੇਵ ਨਗਰ ਟੈਂਟ ਲੱਗ ਗਏ। ਟੈਂਟਾਂ 'ਚ ਰਹੇ ਤੇ ਡੈਡੀ ਉੱਥੇ ਹੀ ਕੁਰੂਕਸ਼ੇਤਰ ਸਰਵਿਸ ਕਰਦੇ ਸੀ। ਫਿਰ ਉਹ ਰਾਜਪੁਰੇ ਆ ਗਏ। ਹਾਂਜੀ ਉਹਨਾਂ ਦੇ ਮਤਲਬ ਪਟਿਆਲੇ ਵਾਲੇ ਮਹਾਰਾਜੇ ਦੀ ਉੱਥੇ ਹੀ ਉਹ ਵਾਰਕਾਂ ਬਣਾਈਆਂ ਸੀ, ਜਿੱਥੇ ਹਸਪੀਟਲ ਹੈ। ਹਾਂਜੀ ਹਾਂਜੀ ਉੱਥੋਂ ਉੱਥੇ ਸ਼ਿਫਟ ਹੋ ਗਏ ਉਹ। ਠੀਕ ਹੈ ਪਿਤਾ ਜੀ ਸ਼੍ਰੀ ਅਮਰਨਾਥ ਬਾਲੀ ਜੀ। ਉੱਥੇ ਚਲੇ ਗਏ, ਕੁਰੂਕਸ਼ੇਤਰ ਤੋਂ ਅੰਬਾਲੇ ਚਲੇ ਗਏ। ਤੇ ਸਾਡੇ ਰਾਸ਼ਨ ਕਾਰਡ ਜਿੱਥੇ ਅਸੀਂ ਬੱਚੇ ਸਾਰੇ ਰਹਿ ਰਹੇ ਸੀ, ਫਾਦਰ ਵੀ ਆ ਜਾਂਦੇ ਸੀ ਤੇ ਮਦਰ ਸਾਡੇ ਨਾਲ ਹੀ ਆਏ ਸੀ। ਤੇ ਉੱਥੇ ਰਾਸ਼ਨ ਕਾਰਡ ਬਣ ਗਏ, ਰਾਸ਼ਨ ਮਿਲਣਾ ਸੀ ਜੋ ਕੋਈ ਗੌਰਮੈਂਟ ਦਿੰਦੀ ਹੈ ਟੈਂਟਾਂ 'ਚ। ਹਾਂਜੀ। ਟੈਂਟ ਮਿਲ ਗਿਆ ਹਾਂਜੀ ਹਾਂਜੀ ਤੇ ਟੈਂਟਾਂ ਦੇ ਬਾਅਦ ਫਿਰ ਉੱਥੇ ਬੈਰਕਾਂ ਬਣ ਗਈਆਂ ਤੇ ਉਹਦੇ ਆਧਾਰ ਤੇ ਸਾਡੇ ਨਾਲ ਵੀ ਮਕਾਨ ਮਿਲ ਗਿਆ ਸਾਨੂੰ ਵੀ। ਤੇ ਸਾਰੇ ਚਾਚਿਆਂ ਨੂੰ ਮਿਲ ਗਿਆ, ਜਿੰਨੇ ਮੇਰੇ ਚਾਚੇ ਸੀ ਉਹਨਾਂ ਨੂੰ ਵੀ ਮਕਾਨ ਮਿਲ ਗਿਆ। ਸਾਰੇ ਆਪਣੇ ਸੈੱਟ ਹੋ ਗਏ। ਪਰ ਗੱਲ ਜ਼ਮੀਨ ਦੀ ਹੁੰਦੀ ਹੈ ਕਿ ਜਿਹੜੇ ਪਾਕਿਸਤਾਨ 'ਚ ਆਪਾਂ 35-40 ਕਿੱਲੇ ਛੱਡ ਕੇ ਆਏ, ਜਿਹੜੇ ਉਰੇ ਨਹੀਂ ਮਿਲੇ, ਉਹ ਰਕਬਾ ਸਾਨੂੰ ਨਹੀਂ ਮਿਲਿਆ ਕਿ ਨਹੀਂ ਉਹ ਮਿਲਿਆ? ਰਕਬਾ ਨਹੀਂ ਮਿਲਿਆ, ਉਹ ਰਕਬਾ ਨਹੀਂ ਮਿਲਿਆ। ਔਰ ਮਕਾਨ ਜ਼ਰੂਰ ਮਿਲੇ ਹੈ, ਮਕਾਨ ਵੀ ਉਹੀ ਕਿਉਂਕਿ ਬਜ਼ੁਰਗੋ ਇੰਨਾ ਵੱਡਾ ਕਾਰੋਬਾਰ ਉੱਥੇ ਛੱਡ ਕੇ ਆਣਾ ਦਰ ਤਾਂ ਹੁੰਦਾ ਹੀ ਹੈ ਬਹੁਤ ਜ਼ਿਆਦਾ ਜੀ। ਲੇਕਿਨ ਇੱਥੇ ਆ ਕੇ ਭੁੱਲ ਇਸ ਕਰਕੇ ਗਏ ਕਿ ਸਾਡੇ ਚਾਚੇ ਜਿਹੜੇ ਸੀ ਉਹ ਆ ਕੇ ਮੁਲਾਜ਼ਮ ਹੋ ਗਏ, ਸਾਰੇ ਆਪਣੇ ਕਾਰੋਬਾਰ 'ਚ ਹੋ ਗਏ, ਸਾਰੇ ਫੌਜ 'ਚ ਹੋ ਸਾਰੇ ਗਏ, ਵਧੀਆ ਸੈੱਟ ਹੋ ਸਾਰੇ ਗਏ। ਫੌਜ ਇਸ 'ਚ ਹੋ ਗਏ। ਕਰਕੇ- ਹਾਂ, ਏਅਰ ਫੋਰਸ ਔਰ ਫੌਜ 'ਚ ਹੋ ਇਸ ਗਏ। ਕਰਕੇ ਜ਼ਮੀਨਾਂ ਆਪਾਂ ਨੂੰ ਯਾਦ ਨਹੀਂ ਆਈਆਂ। ਬਸ ਚਲੋ ਜ਼ਮੀਨਾਂ ਪਰਮਾਤਮਾ ਨੇ ਅਸੀਂ ਗਏ ਹੀ ਨਹੀਂ ਜ਼ਮੀਨਾਂ ਤੇ, ਫਿਰ ਨਹੀਂ ਗਏ। ਫਿਰ ਅਸੀਂ ਰਾਜਪੁਰੇ ਹੀ ਰਹੇ ਹਾਂ। ਤੇ ਰਾਜਪੁਰੇ ਸਾਡੇ ਡੈਡੀ ਜੀ ਅਮਰਨਾਥ ਜੀ ਦਾਦਾ ਜੀ ਕੋਲ ਆਏ, ਇੱਥੇ ਅੰਬਾਲੇ ਬੁਲਾਇਆ ਉਹਨਾਂ ਨੇ। ਹਾਂਜੀ। ਰਾਜਪੁਰੇ ਤੋਂ ਫਿਰ ਇੱਥੇ ਆਪਾਂ ਨੂੰ ਕਿੰਨੀ ਕੁ ਜ਼ਮੀਨ ਮਿਲੀ ਜੀ? ਜਾਂ ਰਾਜਪੁਰੇ ਜ਼ਮੀਨ ਨਹੀਂ ਸੀ, ਮੁਲਾਜ਼ਮ ਸੀ। ਅੱਛਾ ਜੀ ਤੇ ਰਿਹਾਇਸ਼ੀ ਮਕਾਨ ਬਣੇ ਸੀ, ਜੀ। ਲੈਟਰਿੰਗ ਬਾਥਰੂਮ ਐਰਾ ਵਗੈਰਾ, 2-3 ਕਮਰੇ ਬਣਾਉਣ ਦਾ ਕਾਫੀ ਜਗ੍ਹਾ ਸੀ ਉਹ ਤਾਂ। ਉਹ ਸੀ ਪਟਿਆਲੇ ਦੇ ਮਹਾਰਾਜੇ ਦੀ। ਉਹ ਫਿਰ ਹੋ ਗਈ ਜਦੋਂ ਹਸਪੀਟਲ ਟਾਊਨ ਹੀ ਚਲੇ ਗਿਆ, ਅੱਗੇ ਟਾਊਨ ਹੈ ਰਾਜਪੁਰੇ ਦੇ ਨਾਲ, ਪਟਿਆਲੇ ਰੋਡ ਤੇ, ਹਾਂਜੀ ਉੱਥੇ ਚਲਾ ਗਿਆ। ਤਾਂ ਇਹ ਫਿਰ ਉਹਨੇ ਵਿਕਰੀ ਕਰਦੀ ਗੌਰਮੈਂਟ ਨੇ, ਜਿਹੜੇ ਰਹਿ ਰਹੇ ਸੀ ਫਿਰ ਉਹਨਾਂ ਨੇ ਲੈ ਲਈ।
ਜਿਹੜੇ ਰਹਿ ਰਹੇ ਸੀ ਉਹਨਾਂ ਨੂੰ ਕੱਢਿਆ ਨਹੀਂ ਹਾਂਜੀ ਬਈ ਇੰਨਾ ਪੈਸਾ ਭਰ ਦਿਓ ਭਰ ਦਿਓ ਤੁਸੀਂ। ਤੇ ਜ਼ਮੀਨ ਉਹ ਤੁਹਾਡੀ। ਭਰਤਾ ਉਹ ਜੀ ਫਿਰ ਉਹਨਾਂ ਨੇ ਲੈ ਲਈ ਤੇ ਅਸੀਂ ਉੱਥੋਂ ਪਿੰਡ ਚਲੇ ਗਏ ਕਿਹੜੇ ਪਿੰਡ ਜੀ? ਟਾਬਰ ਪਿੰਡ। ਇਹ ਡਿਸਟ੍ਰਿਕਟ ਅੰਬਾਲਾ, ਤਹਿਸੀਲ ਨਾਰਾਇਣਗੜ੍ਹ, ਦਾਖਾਨਾ ਰਾਏਪੁਰ ਰਾਣੀ, ਜੀ ਉੱਥੇ ਚਲੇ ਗਏ। ਤਾਂ ਘਰ ਦੇ ਕਹਿੰਦੇ ਰਹੇ ਬਈ ਕਿਆ ਕਰਾਂਗੇ, ਬੱਚਿਆਂ ਦੀ ਪੜ੍ਹਾਈ ਹੈ। ਮੈਂ ਵੀ ਪੜ੍ਹ ਰਿਹਾ ਸੀ, ਛੋਟਾ ਸੀ ਉਹ ਵੀ ਪੜ੍ਹ ਰਿਹਾ ਸੀ। ਤੇ ਫਾਦਰ ਮੇਰਾ ਕਹਿੰਦਾ ਹੁਣ ਨੌਕਰੀ ਨਹੀਂ ਕਰਨੀ, ਹੁਣ ਤੇ ਜ਼ਮੀਨ ਤੇ ਜਾਣਾ। ਮੈਂ ਕਿਹਾ ਤੁਸੀਂ ਹਲ ਹੁਲ ਵਾਹ ਲੈਂਦੇ ਹੋ? ਕਹਿੰਦਾ ਮੈਂ ਕਦੇ ਹੱਥ ਦੀ ਮੁੰਨੀ ਨਹੀਂ ਫੜੀ, ਮੈਂ ਪਹਿਲਵਾਨੀ ਕੀਤੀ ਹੈ। ਮੈਂ ਕਿਹਾ ਚੱਲ ਮੈਂ ਕਰਾਂਗਾ। ਮੈਂ ਕਿਹਾ ਹਾਂਜੀ ਕਰ ਦੇਂਗਾ ਤੂੰ? ਮੈਂ ਕਿਹਾ ਲਾ ਕੇ ਮੇਰੇ ਹੱਥ 'ਚ ਫੜਾ ਕੇ ਦੇਖਿਓ ਫਿਰ ਦੱਸਾਂਗਾ। ਕਹਿੰਦੇ ਠੀਕ ਹੈ। ਮੈਂ ਬਹੁਤ ਹੁਸ਼ਿਆਰ ਸੀ, ਚਤਨ ਸੀ ਔਰ ਹੁਸ਼ਿਆਰ ਸੀ। ਹਰ ਇੱਕ ਗੱਲ ਮਤਲਬ ਕੋਈ ਵੀ ਹੋਏ ਮੈਨੂੰ ਪਤਾ ਸੀ ਹਰ ਇੱਕ ਗੱਲ ਦਾ। ਬਸ ਜੀ ਚਲੇ ਗਏ ਜੀ ਪਿੰਡ। ਅਸੀਂ ਰਾਜਪੁਰੇ 2 ਗਾਈਆਂ ਰੱਖੀਆਂ ਸੀ ਦੁੱਧ ਵਾਸਤੇ, ਅਤੇ ਉੱਥੇ ਵਿਹਲੇ ਨਹੀਂ ਬੈਠਣਾ, ਕੋਈ ਨਾ ਕੋਈ ਦਿਨੇ ਖੋਲ੍ਹ ਦੇਣਾ ਆ ਕੇ ਸਕੂਲ ਤੋਂ। ਇੱਧਰ ਉੱਧਰ ਐਤਵਾਰ ਦੀ ਛੁੱਟੀ ਹੋਏ ਤਾਂ ਤੇ ਨਾਲ ਹੀ ਸਲਾਮਪੁਰ ਪਿੰਡ ਹੈ ਹਾਂਜੀ ਤੇ ਰੇਲਵੇ ਲਾਈਨ ਦੇ ਨਾਲ ਹੀ। ਉਹ ਮੇਰੇ ਡੈਡੀ ਉਹਨਾਂ ਦਾ ਦੋਸਤ ਸੀ, ਜਾਣ ਕਿੱਥੇ ਪਛਾਣ ਹੋ ਗਈ। ਇਹ ਭਾਰਤ 'ਚ ਜਾਂ ਪਾਕਿਸਤਾਨ ਦੀ ਗੱਲ ਕਰ ਰਹੇ ਹੁਣ ਨਹੀਂ ਨਹੀਂ ਇੱਥੇ ਦੀ ਇੱਥੋਂ ਦੀ? ਇੱਥੇ ਦੀ। ਪਾਕਿਸਤਾਨ ਦੀ ਤਾਂ ਖਤਮ ਕਰਤੀ, ਇੱਥੇ ਦੀ। ਤਾਂ ਉਹ ਜਾਣਕਾਰ ਸੀ ਤੇ ਪੱਠੇ ਪੁੱਠੇ ਐਰਾ ਵਗੈਰਾ ਉੱਥੋਂ ਹੀ ਉਹਨਾਂ ਦੀ ਪੈਲੀ 'ਚ ਲਿਆਉਂਦੇ ਸੀ। ਨਾਲੇ ਡੰਗਰ 'ਚ ਖੋਲ ਦੇਣੇ, ਗਾਇਆਂ ਵੀ ਫਿਰ ਫੁਰ ਕੇ ਆ ਜਾਣੀਆਂ ਅਤੇ ਆਪਣਾ ਕੱਟ ਲਿਆ ਇੱਕ ਆ ਜਿਹੜਾ ਆ ਥੋੜ੍ਹਾ ਬਹੁਤਾ ਮੈਨੂੰ ਆਉਂਦਾ ਸੀ ਸਭ ਕੁਝ ਕੱਟਣਾ ਕੁੱਟਣਾ ਆਰਾ ਬਾਣਾ ਆਰਾ ਵਗੈਰਾ। ਉਹ ਉਹਨਾਂ ਦੇ ਪਿੰਡ ਮੈਂ ਸਿੱਖਿਆ ਆਲ ਉਲ ਚਲਾਉਣਾ। ਹਾਂਜੀ ਚਾਚਾ ਕਹਿਣਾ ਨੂੰ, ਉਹ ਸਰਵਣ ਨਾਂ ਸੀ ਉਹਨਾਂ ਦਾ ਅਤੇ ਨੰਬਰਦਾਰ ਸੀ ਸਾਧੂ ਮੇਰੇ ਖਿਆਲ ਉਹਨਾਂ ਦੇ ਪਿਓ ਦਾ ਨਾਂ। ਉਹ ਵੀ 2 ਭਰਾ ਸੀ। ਉਹਨਾਂ ਨੇ ਇੱਕ ਘੋੜੀ ਇੱਕ ਬੋਤੀ ਰੱਖੀ ਸੀ ਹਾਂਜੀ ਅਤੇ ਪਹਿਲਾਂ ਮਸ਼ੀਨੀ ਕੰਮ ਨਹੀਂ ਸੀ, ਬਾਟ ਚੱਲਦਾ ਹੁੰਦਾ ਸੀ। ਹਾਂਜੀ ਹਾਲਾਂ ਮਤਲਬ ਹੱਥਾਂ ਤੋਂ ਹੀ ਕੰਮ ਹੁੰਦਾ ਸੀ। ਹਾਂ ਹੱਥਾਂ ਨਾਲ ਵਾਲਾ ਜਿਹੜਾ ਹੁੰਦਾ ਸੀ। ਹਾਂ ਬੋਤੀ ਖੂਹ 'ਤੇ ਜੋੜ ਦੇਣੀ ਉਹਨਾਂ ਨੇ, ਹੱਥ ਨਾਲ ਪਾਣੀ ਕੱਢਣਾ। ਬੜੀ ਮਿਹਨਤ ਸੀ। ਖੈਰ ਜੀ ਕਰਦੇ ਰਹਿਣਾ, ਸਾਰਾ ਕੰਮ ਸਿੱਖਿਆ ਇੱਥੇ। ਫਿਰ ਰਾਜਪੁਰੇ ਜਾਣੇ, ਰਾਜਪੁਰੇ ਤੋਂ ਇੱਥੇ ਟਾਬਰ ਜਾਣੇ ਕਰਕੇ ਫਿਰ ਮੇਰਾ ਕੰਮ ਰੁਕ ਗਿਆ। ਤੇ ਟਾਬਰ ਕਿਵੇਂ ਆਉਣਾ ਹੋਇਆ ਆਪਣਾ? ਟਾਬਰ ਇਸ ਕਰਕੇ ਆਇਆ ਕਿ ਸਾਡੇ ਗ੍ਰੈਂਡਫਾਦਰ ਨੇ ਕਹਿਤਾ ਡੈਡੀ ਨੂੰ ਵੀ ਤੁਸੀਂ ਐਂ ਕਰ, ਸਾਰੀ ਉਮਰ ਕਮਾਇਆ ਖਾਇਆ ਤੂੰ ਯਾਰ, ਬੱਚਿਆਂ ਨੂੰ ਪੜ੍ਹਾਤਾ ਲਿਖਾਤਾ, ਛੋਟੇ ਭਰਾ ਨੂੰ, ਤੂੰ ਐਂ ਕਰ ਐਸ਼ ਕਰ, ਉੱਥੇ ਜਾ ਕੇ ਬੈਠ ਆਪਣੀ ਜ਼ਮੀਨ 'ਤੇ। ਮਾਂ ਮੇਰੀ ਕਹਿੰਦੀ ਸੀ ਵੀ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਜਾਏਗੀ ਪਿੰਡ ਜਾ ਕੇ, ਕਿੱਥੇ ਰਾਏਪੁਰ ਰਾਣੀ 3 ਕਿਲੋਮੀਟਰ ਸਕੂਲ ਹੈ। ਇੱਥੇ ਜ਼ਮੀਨ ਕਿਵੇਂ ਮਿਲੀ ਆਪਾਂ ਨੂੰ? ਜ਼ਮੀਨ ਅਲਾਟ ਹੋਈ ਸੀ ਇਹ ਦਾਦਾ ਜੀ ਨੂੰ। ਅੱਛਾ ਇਹ ਦਾਦਾ ਜੀ ਸੀ, ਇਹ 3-4 ਭਰਾ ਸੀ। ਇੱਕ ਸੀ ਪਰਮਾਨੰਦ ਜੀ ਆਪਣੇ ਦਾਦਾ ਜੀ, ਅੱਛਾ ਦੂਸਰਾ ਭਰਾ ਸੀ ਢੇਰਾ ਮੱਲ, ਤੀਸਰਾ ਸੀ ਦੀਵਾਨ ਚੰਦ ਜੀ ਔਰ ਚੌਥਾ ਸੀ ਪੂਰਨ ਦਾ ਪਿਓ ਦਾ ਨਾਮ ਚਲੋ ਚੇਤੇ ਨਹੀਂ, ਕੋਈ ਗੱਲ ਨਹੀਂ, ਬਸ ਯਾਦ ਸੀ ਬਹੁਤ। ਪੂਰਨ ਦੀ ਗੱਲ ਕਰ ਰਹੇ ਸੀ ਹਨਾ? ਹਾਂ ਪੂਰਨ ਦੀ ਗੱਲ ਕਰ ਰਹੇ ਸੀ ਨਾ, ਜਿਹੜਾ ਸ਼ੇਖ ਬਣਿਆ ਸੀ। ਅੱਛਾ ਪੂਰਨ ਸ਼ੇਖ ਬਣ ਗਿਆ ਸੀ? ਸ਼ੇਖ ਬਣ ਗਿਆ। ਤੁਸੀਂ ਸਾਨੂੰ ਉਹਦੇ ਬਾਰੇ ਨਹੀਂ ਦੱਸਿਆ, ਪੂਰਨ ਬਾਰੇ ਦੱਸੋ ਜੀ। ਉਹ ਕੀ? ਪੂਰਨ ਬਾਰੇ? ਹਾਂਜੀ ਪੂਰਨ ਜੀ ਉੱਥੇ ਆਪਣੀ ਘਰਾਂ 'ਚ ਰਹਿ ਗਿਆ। ਉਹ ਕਿੱਥੇ? ਉੱਥੇ ਹੀ ਪਾਕਿਸਤਾਨ 'ਚ ਰਹਿ ਗਿਆ? ਪਾਕਿਸਤਾਨ 'ਚ ਠੰਡਾ ਪਾਣੀ ਪੂਰਨ ਰਹਿ ਗਿਆ। ਪੂਰਨ ਰਹਿ ਮਤਲਬ ਗਿਆ, ਆਪਣਾ ਸਾਰਾ ਟੱਬਰ ਭਾਰਤ ਵਿੱਚ ਆ ਗਿਆ, ਸਾਰਾ ਆ ਗਿਆ। ਹਾਂ, ਤੇ ਪੂਰਨ ਪਾਕਿਸਤਾਨ 'ਚ ਰਹਿ ਗਿਆ। ਪਾਕਿਸਤਾਨ 'ਚ ਰਹਿ ਗਿਆ। ਫਿਰ ਕੋਈ ਪੜ੍ਹਿਆ ਲਿਖਿਆ ਸੀ, ਉਹ ਜਦ ਇੱਥੇ ਆਏ ਤੇ ਉਹ ਮੁਲਾਜ਼ਮ ਸੀ ਚਾਚਾ ਜੀ ਮੇਰੇ, ਉਹਨਾਂ ਨੇ ਆਪਸ ਵਿੱਚ ਗੱਲਬਾਤ ਕਰੀ। ਹਾਂ ਚਿੱਠੀ ਲਈ, ਚਿੱਠੀ ਦੇ ਰਾਹੀਂ ਸਾਰੀ ਗੱਲਬਾਤ ਹੋਈ। ਪਤਾ ਲੱਗਿਆ ਵੀ ਉਹ ਸ਼ੇਖ ਸੀ ਨਾ ਜਿਹੜਾ ਉੱਥੇ ਹਿੰਦੂ ਤੋਂ ਬਣਿਆ ਆ। ਹਾਂਜੀ ਤੇ
ਉਹਨੇ ਆਪਣੀ ਕੁੜੀ ਦੇਤੀ ਮੈਨੂੰ। ਅੱਛਾ ਜੀ, ਯਾਨੀ ਕਿ ਸਿੱਖਾਂ ਨੇ ਹਾਂ। ਆਪਣੀ ਕੁੜੀ ਦਾ ਵਿਆਹ ਕਰਤਾ ਆਪਣੇ ਪੂਰਨ ਨਾਲ ਜੀ, ਚਾਚਾ ਜੀ ਨਾਲ, ਸਾਡੇ ਚਾਚਾ ਜੀ ਨਾਲ। ਹਾਂ। ਕੀ ਬਾਤ ਹੈ ਜੀ। ਉਹਨੇ ਫਿਰ ਉਹਦੀ ਮਾਂ ਸੀ, ਭਰਾ ਸੀ, ਭੈਣ ਸੀ ਇੱਥੇ। ਉਹ ਉੱਥੇ ਹੀ ਸੈੱਟ ਹੋ ਗਿਆ। ਉਹ ਇਹ ਇੱਥੇ ਚਿੱਠੀ ਲਿਖੀ, ਫਿਰ ਸਾਰਿਆਂ ਨੂੰ ਪਤਾ ਲੱਗਿਆ ਵੀ ਹਾਂ ਚਲੋ ਬੜੀ ਅੱਛੀ ਗੱਲ ਹੈ, ਬਚ ਗਿਆ ਜੀ। ਕਿਉਂ ਸਾਨੂੰ ਤੇ ਇਹ ਸੀ ਵੀ ਮਾਰ ਨਾ ਦੇਣ। ਸਹੀ ਗੱਲ ਹੈ ਜੀ, ਇਹੋ ਜਿਹੇ ਹਾਲਾਤ 'ਚ ਤਾਂ ਹਾਂ। ਇੱਕ ਬੰਦੇ ਨੂੰ ਜ਼ਿੰਦਗੀ ਵੀ ਬਹੁਤ ਵੱਡੀ ਲੇਕਿਨ ਬਖਸ਼ਿਸ਼ ਸੀ। ਸਾਡੀ ਦੁਸ਼ਮਣੀ ਨਹੀਂ ਸੀ ਕਿਸੇ ਨਾਲ, ਪੂਰੇ ਇਲਾਕੇ 'ਚ ਦੁਸ਼ਮਣੀ ਨਹੀਂ ਸੀ ਕਿਸੇ ਨਾਲ। ਦੁਸ਼ਮਣੀ ਸੀ ਸਿਰਫ ਖੇਤਾਂ ਕਰਕੇ ਉਹ ਸੂਬੇਦਾਰ ਨਾਲ। ਲਾਸਟ ਉਹ ਬਚਾ ਗਿਆ ਸਾਨੂੰ। ਦੇਖੋ ਜੀ ਦਰਸ਼ਕੋ, ਇੱਕ ਸੋਚਣ ਵਾਲੀ ਗੱਲ ਆ, ਬਾਪੂ ਜੀ ਉਹਨਾਂ ਦਾ ਕਹਿਣਾ ਕਿ ਜਿਹਦੇ ਨਾਲ ਦੁਸ਼ਮਣੀ ਸੀ ਉਹ ਇੱਕ ਸੂਬੇਦਾਰ ਮੁਸਲਮਾਨ ਸੀ। ਹਾਂ, ਉਹ ਵੀ ਖੇਤਾਂ ਦੀ ਦੁਸ਼ਮਣੀ, ਬੱਟਾਂ ਦੀ ਦੁਸ਼ਮਣੀ, ਹਾਂ, ਜਿਹੜੀ ਅਕਸਰ ਉਹਨਾਂ ਦੇ ਡੰਗਰ ਆ ਕੇ ਖੁੱਲ ਕੇ ਹਾਂ, ਸਾਡੇ ਖੇਤੀਬਾੜੀ ਖੇਤਾਂ ਨੂੰ 'ਚ ਨੁਕਸਾਨ ਹੋ ਪਹੁੰਚਾਉਂਦੇ ਜਾਂਦੀ ਸੀ। ਆ। ਪਰ ਇੱਕ ਇੱਥੇ ਬਹੁਤ ਮਹਾਨ ਗੱਲ ਇਹ ਵੀ ਆ ਕਿ ਦੁਸ਼ਮਣੀ ਹੋਣ ਦੇ ਬਾਵਜੂਦ ਵੀ ਬਾਪੂ ਜੀ ਉਹਨਾਂ ਨੂੰ ਬੜੀ ਇੱਜ਼ਤ ਨਾਲ ਸੂਬੇਦਾਰ ਬਚਾਇਆ ਉਹਨੇ। ਮੁਸਲਮਾਨ ਭਰਾ ਨੇ ਹੀ ਬਚਾਇਆ ਸੀ। ਉਹਨੇ ਆਪਣਾ ਮੁੰਡਾ ਭੇਜਿਆ, ਕਹਿੰਦਾ ਇਹ ਮੁਸੱਲੀ ਆ ਗਏ ਆ, ਕਹਿੰਦਾ ਇਹ ਨਾ ਹੋਏ ਕਿ ਮਿਸ਼ਰਾਂ ਨੂੰ ਮਾਰਨ ਕੁੱਟਣ ਜਾਂ ਇਹਨਾਂ ਨੂੰ ਇੱਜ਼ਤ 'ਤੇ ਹੱਥ ਪਾਉਣ ਜਾਂ ਲੁੱਟ ਪਟ ਕੇ ਲੈ ਜਾਣ। ਬਹੁਤ ਰਾਈਫਲ ਲੈ ਕੇ ਫਰਲਾਂਗ ਇੱਕ ਤਾਂ ਹੈ ਸੀ ਘਰ ਉਹਨਾਂ ਦਾ ਇਕੱਲਾ ਘਰ ਸੀ, ਸਾਡੇ ਉੱਥੇ ਕਈ ਘਰ ਸੀ, ਅਤੇ ਬੜੀ ਮਦਦ ਕੀਤੀ ਉਹਨੇ। ਮੈਨੂੰ ਹੋਸ਼ ਹੈ ਨਾ, ਅਸੀਂ ਰਾਤ ਨੂੰ ਖੇਤਾਂ ਦੇ ਥੱਲੇ ਚਲਿਆ ਜਾਣਾ, ਜਿੱਥੇ ਆਦਮੀ ਮਤਲਬ ਪਰੋਂ ਦੇਖ ਨਾ ਸਕੇ ਵੀ ਕਿਤੇ ਸੋ ਰਹੇ ਆ। ਇੱਥੇ ਥੱਲੇ ਵੀ ਖੇਤ ਸੀ, ਕਿਉਂਕਿ ਉਹ ਨਦੀ ਦੇ ਨਾਲ ਕਿਆ ਉਹ ਜਿਹੜੀ ਮਿੱਟੀ ਵੱਡੀ ਪੱਟ ਕੇ ਉੱਪਰ ਸਿੱਟੀ ਸੀ ਵੀ ਪਾਣੀ, ਹੋਰ ਮਿੱਟੀ ਨਾਲ ਰੋੜੇ ਬਸ। ਇਸ ਕਰਕੇ ਇਹ ਬਜ਼ੁਰਗਾਂ ਨੇ ਕੀਤਾ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿਸ ਚੀਜ਼ ਦਾ ਕਿਆ ਕਰਨਾ। ਟਾਈਮ ਦੇ ਹਿਸਾਬ ਨਾਲ ਬੜਾ ਕੁਝ ਚੇਂਜ ਹੋ ਜਾਂਦਾ। ਅੱਛਾ, ਜਿਹੜਾ ਜੀ ਪੂਰਨ ਸੀ ਚਾਚਾ ਜੀ ਆਪਣੇ, ਉਹਨਾਂ ਨਾਲ ਅੱਜ ਵੀ ਗੱਲਬਾਤ ਹੁੰਦੀ ਹੈ ਕੋਈ? ਨਹੀਂ ਜੀ, ਬੰਦ ਹੋ ਗਈ। ਬੰਦ ਹੋ ਗਈ। ਪਤਾ ਨਹੀਂ ਉਹ ਜਿੰਦਾ ਵੀ ਹੈ। ਸੋ ਅਸੀਂ ਗੱਲ ਹੋਰ ਕਹਿਣਾ ਚਾਹਾਂਗੇ ਵੀ ਜੇ ਕਿਤੇ ਵੀ ਪੂਰਨ ਜੀ ਜਾਂ ਉਹਨਾਂ ਦੀ ਫੈਮਿਲੀ ਕੋਈ ਸਾਡੇ ਵੀਡੀਓ ਦੇਖਦੀ ਹੋਵੇ ਤਾਂ ਜ਼ਰੂਰ ਸੰਪਰਕ ਕਰਨਾ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਬਜ਼ੁਰਗਾਂ ਨਾਲ ਗੱਲ ਕਰਾਉਣ ਦੀ। ਅਕਸਰ ਇਹ ਟੱਬਰ ਹੈ, ਉਹਨਾਂ ਦਾ ਖੂਨ ਦਾ ਰਿਸ਼ਤਾ ਹੈ, ਉਹ ਨਹੀਂ ਭੁੱਲਿਆ ਜਾਂਦਾ। ਔਲਾਦ ਹੋਈ ਉਹਨਾਂ ਦੇ, ਇੱਕ ਮੁੰਡਾ ਹੋਇਆ, ਬਸ ਉਹਦੇ ਬਾਅਦ ਨਹੀਂ ਪਤਾ ਲੱਗਿਆ ਸਾਨੂੰ। ਜੇ ਉਹਨਾਂ ਨਾਲ ਗੱਲਬਾਤ ਹੋ ਜੇ, ਤੁਸੀਂ ਚਾਹੋਗੇ ਗੱਲਬਾਤ ਕਰਨੀ ਆਪਣੇ ਭਾਈਆਂ ਨਾਲ? ਬਿਲਕੁਲ। ਜੇ ਉਹ ਇੱਥੇ ਆਉਣਾ ਚਾਹਣ, ਉਹ ਜੀ ਸਦਕੇ ਮਿਲਣਾ ਚਾਹੁੰਦੇ ਹੋਣ, ਆਹੋ ਜ਼ਰੂਰ ਆਉਣ, ਬੜੀ ਖੁਸ਼ੀ ਹੋਏਗੀ। ਸਾਡਾ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੋਗੇ ਜੀ ਆਪਣੇ ਵੱਲੋਂ? ਬਸ ਇਹ ਆ ਵੀ ਸੁਣਦੇ ਗਿਣਦੇ ਹੋਣ ਤਾਂ ਕਦੇ ਵੀ ਅੰਬਾਲੇ ਆਉਣ, ਬਈ ਇਹ ਬਲਦੇਵ ਨਗਰ ਪੁੱਛ ਲੈਣ, ਤੇ ਫਿਰ ਤਾਂ ਅਸੀਂ ਸਾਰੇ ਕੰਟੈਕਟ ਕਰਕੇ ਮਿਲ ਸਕਦੇ ਉਹਨਾਂ ਨੂੰ। ਬਹੁਤ ਵਧੀਆ ਜੀ, ਪਰਮਾਤਮਾ ਨੂੰ ਅਰਦਾਸ ਕਰਾਂਗੇ ਬਸ ਕਿ ਉਹ ਜ਼ਰੂਰ ਮੇਲਾ ਕਰਾਉਣ ਆਪਣੇ ਭਰਾਵਾਂ ਦਾ, ਆਪਣੇ ਚਾਚਾ ਜੀ ਉਹਨਾਂ ਦਾ, ਫੈਮਿਲੀ ਦਾ। ਬਹੁਤ ਭਗਤ ਆਦਮੀ ਸੀ, ਲੇਕਿਨ ਭਗਤ ਕੋਈ ਭਗਤੀ ਵੀ ਕਰਦਾ ਹੁੰਦਾ ਸੀ। ਉਹ ਸ਼ਾਦੀ ਚੱਕਰ 'ਚ ਨਹੀਂ ਸੀ, ਇਹ ਇਕੱਲਾ ਰਹਿ ਗਿਆ। ਤੇ ਮਿਸ਼ਰਾ ਨੇ ਕਿਹਾ ਵੀ ਬੰਦਾ ਸ਼ਰੀਫ ਹੈ, ਚਲੋ ਕੁੜੀ ਨੂੰ ਦੇ ਦਿਓ। ਅਸੀਂ ਵੀ ਤਾਂ ਹਿੰਦੂ ਤੋਂ ਮੁਸਲਮਾਨ ਬਣੇ ਆ, ਉਹ ਸ਼ੇਖ ਬਣੇ ਆ, ਤਾਂ ਸਾਨੂੰ ਵੀ ਖੁਸ਼ੀ ਹੋਈ। ਚਲੋ ਠੀਕ ਜਗ੍ਹਾ ਕਰ ਲਿਆ ਉਹਨੇ ਕੰਮ। ਅੱਛਾ ਜੀ, ਹੁਣ ਇੱਥੇ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੀ ਜ਼ਮੀਨ ਅਲਾਟ ਹੋਈ ਸੀ, ਉਹ ਦਾਦਾ ਜੀ ਨੇ ਅਲਾਟ ਕਰਾਈ ਸੀ। ਤੇ ਸਾਡਾ ਮਤਲਬ ਡੈਡੀ ਡੂਡੀ ਕੋਈ ਤਾਏ ਚਾਚਾ ਕੋਈ ਉਹ ਨਹੀਂ ਆਉਂਦਾ ਸੀ। ਇੰਨੇ ਬਜ਼ੁਰਗ ਸੀ ਨਾ, ਉਹ ਆਪਸ ਵਿੱਚ ਰੱਖਣ ਜੋ ਮਰਜ਼ੀ ਕਰਨ, ਕੋਈ ਇੰਟਰਫੇਅਰ ਨਹੀਂ ਕਰਦੇ ਸੀ ਉਹਨਾਂ ਨਾਲ। ਬਹੁਤ ਮੰਨੇ ਪਰਮੰਨੇ ਆਦਮੀ ਸੀ। ਤੇ ਦਾਦਾ ਜੀ ਨੇ ਫਿਰ ਡੈਡੀ ਜੀ ਨੂੰ ਬੁਲਾਇਆ ਰਾਜਪੁਰੇ ਤੋਂ, ਬਈ ਤੂੰ ਆ ਯਾਰ ਮਿਲ ਜਾ। ਤਾਂ ਇੱਕ ਦਿਨ ਉਹ ਆਏ, ਉਹਨੂੰ ਕਹਿਣ ਲੱਗੇ ਪੁੱਤਰ ਬਈ ਤੂੰ ਜਿਹੜੀ ਕੁਰਬਾਨੀ ਕੀਤੀ ਹੈ, ਤੂੰ ਵੱਡਾ ਸੀ ਤੇ ਤੂੰ ਆਪਣਾ ਫਰਜ਼ ਨਿਭਾਇਆ ਹੈ, ਸਾਰਿਆਂ ਨੇ ਪੜ੍ਹਾ ਲਿਖਾਤਾ, ਸਾਰਾ ਕੁਝ ਕੀਤਾ, ਤੂੰ ਇੱਥੇ ਆਣੇ ਕਰਕੇ ਵੀ ਕੀਤਾ, ਉੱਥੇ ਵੀ ਕੀਤਾ, ਤੇ ਹੁਣ ਤੂੰ ਜ਼ਮੀਨ ਸਾਂਭ। ਕਹਿੰਦਾ ਜੀ ਮੈਂ ਤਾਂ ਸਰਵਿਸ ਕਰਦਾ। ਕਹਿੰਦਾ ਛੱਡ, ਹੁਣ ਬਹੁਤ ਹੋ ਗਈ ਸਰਵਿਸ, ਤੂੰ ਪੈਨਸ਼ਨ ਲੈਂਦਾ, ਫੌਜੀ ਆਦਮੀ ਹੈ, ਪਰਵਾਹ ਹੈ ਨਹੀਂ, ਚੱਲ ਤੂੰ ਜ਼ਮੀਨ ਸਾਂਭ। ਕਹਿੰਦੇ ਬਟਾਈ ਬਟੂਈ ਕਿਆ ਦੇਣਗੇ, ਤੂੰ ਜਾ ਆਪੋ ਕਰ ਖੇਤੀ ਆਪੇ। ਹਾਂ, ਤਾਂ ਫਿਰ ਜੀ ਅਸੀਂ ਉੱਥੋਂ ਚੱਲ ਪਏ। ਅਸੀਂ ਆਪਣਾ 2 ਗਾਈਆਂ ਸੀ, ਫਿਰ ਇੱਕ ਬਲਦ ਲਿਆ,
कभी एक और जिथों पता लग्या आंदे जांदे ले लेंगे, खेती तो करनी है। फिर आके अपना हाल बनाया। ਹਲ ਬਣਾਇਆ हाल ਤੇ बनाया ਜ਼ਮੀਨ ਹੁਣ ਵੀ ਹੈਗੀ ਹੈ ਜੀ ਆਪਣੇ ਕੋਲ? नहीं, ਉਹ ਫਿਰ ਕਿਵੇਂ ਗਈ? वो ज़मीन इस तरह गई कि मैं बचपन की ਜਦੋਂ ਦਾ ਸਕੂਲ ਛੱਡਿਆ ਨਾ ਮੈਂ ਰਾਜਪੁਰੇ, ਤੇ ਮੈਂ ਖੇਤੀ ਦੇ ਕੰਮ 'ਚ ਲੱਗ ਗਿਆ ਹਾਂਜੀ ਪਿੰਡ 'ਚ ਟਾਬਰ। ਟਾਬਰ तो कुछ शौक भी है सी, कोई जान भी सी तो शौक भी सी। ते पहले कई जगह ज़मीन बंडी थी, मरबा बंदी तो पहले बई इत्थे 5-4 खेत इत्थे हैं, दो चार और एक फरलांग अगे है, और ज़्यादा ज़मीन सी। आ जिहड़ी सड़क लंघी है ना ਹਾਂਜੀ डेरा बसी तू रायपुरानी नूं गई है ਹਾਂਜੀ, नारायणगढ़ नूं, ਹਾਂਜੀ। ਇਹਦੇ ਤੇ ਸੀ ਅੱਡੇ ਤੇ। मैं दुखी हो गया, क्यों? मौली पिंड चोरां दा पिंड है। ਅੱਛਾ ਜੀ। मौली है ना, ਪਿੰਡ ਚੋਰਾਂ ਦਾ ਪਿੰਡ ਹੁੰਦਾ ਸੀ, हुंदा नहीं है, ਹੁਣ ਵੀ ਹੈ? हुण भी है, राजपूत है, ਅੱਛਾ लेकिन चोरी डाका ਨਹੀਂ ਸ਼ਾਇਦ सारा काम ਸੁਧਾਰ करदा। ਹੋ ਗਿਆ ਹੋਵੇ, ਕਿਉਂਕਿ ਟਾਈਮ ਦੇ ਹਿਸਾਬ ਨਾਲ ਬਹੁਤ ਚੀਜ਼ਾਂ ਬਦਲ ਗਈਆਂ, ਪੜ੍ਹ ਲਿਖ ਗਈਆਂ, ਅੱਗੇ ਬੱਚੇ ਹੋ ਗਏ। ना जी पढ़ लिख के नहीं, ये बनवास था, बदमाश ही है। ਨਹੀਂ ਬਜ਼ੁਰਗੋ ਫਰਕ ਪੈ ਜਾਂਦਾ ਜੀ ਟਾਈਮ ਦੇ नहीं ਹਿਸਾਬ जी, ਨਾਲ। ना ना ना, वो उन्हां दी औलाद है, वो जिस तरह प्यो करदा सी इस तरह पुत्तर करदा है। लेकिन तगड़े बदमाश सी मौली च, थाने ने जोर ला लिया सी, लेकिन वो काबू नहीं आया। वो नदी दौड़दा हुंदा सी, इन्हां ने बड़े घोड़े घूड़े लाए, ਅੱਛਾ ਜੀ। नदी चढ़ी होए सार पार। मनते हैं माता नूं, मनते हैं ਅੱਛਾ रायपुराने वाली माता है ना, बहुत मनते सी उन्हें। ਓਹੋ सारे मनते सी राजपूत, लेकिन ये मौली पिंड जड़ा बदमाशा का पिंड सी। एक भूरा सी, एक दौला सी, दौलत कहते उसी नूं। वो मैं क्या गल सुन, तेरा नाम दौलत है? कहता हाँ। मैं कहा मेरा भी नाम दौलत है। वो लंबा जा, तो मैं वो कच्छा चावां। मैं कहा कोई गल नहीं, तो तू ऐ कर, हुण मेरा तेरा बाह पै गया, तू ऐ करी, ये जड़ी हेरा फेरी करदा है ना, और डंगरां नूं मझां नूं तू खेतां 'च बाड़दा है, ते बंद कर दे, नहीं तेरी खड़ी फसल नूं अग ला देंगा मैं। ਇੱਥੇ ਆ ਕੇ ਵੀ ਕਾਫੀ ਸੰਘਰਸ਼ ਕਰਨਾ ਪਿਆ ਹਾਲਾਤਾਂ ਨਾਲ, ਬਹੁਤ ਲੜਨਾ ਪਿਆ ਲੋਕਾਂ ਨਾਲ ਆਪਣੇ ਹੱਕਾਂ ਲਈ। बिल्कुल करना पिया ਤੇ ਆਪਾਂ ਗੱਲ ਕਰ ਰਹੇ ਸੀ ਬਜ਼ੁਰਗ, ਜਿਹੜੀ ਸਾਡੀ ਜ਼ਮੀਨ ਸੀ, ਪੈਲੀ ਸੀ, जी। ਉਹ ਖਤਮ ਕਿੱਦਾਂ ਹੋਈ? ਆਪਣੇ ਕੋਲ ਹੈ ਨਹੀਂ ਅੱਜ, ਹੈ ਨਾ? हाँ हुण तां उन्हां ने चाचियां साडियां ने बेचती ਅੱਛਾ ਵੇਚਤੀ ਉਹਨਾਂ ਨੇ? बेचती, लेकिन आपां है नहीं सी, मैं तो फौज ही सी। ਅੱਛਾ ਆਪਾਂ ਫੌਜ 'ਚ ਭਰਤੀ ਹੋ ਗਏ ਸੀ। आहो ਬਾਪੂ ਜੀ ਫੌਜ 'ਚ ਕਿਹੜੇ ਸੰਨ 'ਚ ਭਰਤੀ ਹੋਏ ਸੀ ਆਪਾਂ? 1963। 1963 'ਚ। 1963 ਦਾ ਮਤਲਬ ਜਿਹੜਾ 1965 'ਚ ਲੜਾਈ ਹੋਈ ਉਹਦੇ ਵਿੱਚ ਵੀ ਆਪਾਂ ਕੁਝ ਉਹਦੇ 'ਚ ਵੀ ਆਇਆ ਸੀ। ਉਹਦੇ 'ਚ ਥੋੜਾ ਜਿਹਾ ਚਾਨਣਾ ਪਾਓਗੇ? ਇਹ ਜਿਸ ਟਾਈਮ 1963 'ਚ ਭਰਤੀ ਹੋਇਆ ਨਾ ਮੈਂ, ਹਾਂਜੀ ਹਾਂਜੀ ਇਹ 65 'ਚ ਮੈਂ ਡਰਾਈਵਰ ਸੀ, ਰੋਡਵੇਜ਼ 'ਚ ਹੋ ਗਿਆ ਸੀ। ਹਾਂਜੀ ਮੈਨੂੰ ਟ੍ਰੇਨਿੰਗ ਡਰਾਈਵਰ ਦੀ ਜ਼ਰੂਰਤ ਨਹੀਂ ਸੀ, ਮੈਂ ਤਾਂ ਡਾਇਰੈਕਟ ਕਰਤਾ ਅੰਦਰ। ਹਾਂਜੀ ਕਹਿੰਦੇ ਵੀ ਇਹ ਸਿਵਲ ਡਰਾਈਵਰ ਹੈ, ਹਾਂਜੀ ਤੇ ਰੋਡਵੇਜ਼ ਦੇ ਥਰੂ ਮੈਂ ਚਲਾ ਗਿਆ ਸੀ। ਹਾਂਜੀ ਹਾਂਜੀ ਉਹਦੇ ਬਾਅਦ 65 ਦੀ ਦੇਖੀ, ਉਹਦੇ ਬਾਅਦ 71 ਦੀ ਦੇਖੀ। ਕੀ ਬਾਤ ਹੈ ਬਾਪੂ ਜੀ, ਦੋ ਲੜਾਈਆਂ ਦੇਸ਼ ਲਈ ਲੜੀਆਂ ਬਾਪੂ ਜੀ ਉਹਨਾਂ ਨੇ, ਇਹ ਵੀ ਬਹੁਤ ਮਾਣ ਵਾਲੀ ਗੱਲ ਹੈ। ਤੇ ਔਰ ਕਿੰਨਾ ਵੱਡਾ ਪੁਰਾਣਾ ਇਤਿਹਾਸ ਬਾਪੂ ਜੀ ਆਪਣੇ ਦਿਲ ਤੇ ਦਿਮਾਗ 'ਚ ਰੱਖੀ ਬੈਠੇ ਨੇ, ਬਹੁਤ ਮਾਣ ਵਾਲੀ ਗੱਲ ਹੈ। ਤੇ ਜਿਸ ਟਾਈਮ ਅਸੀਂ ਰਿਟਾਇਰ ਆਏ, ਹਾਂਜੀ ਰਿਕਾਰਡ 'ਚ ਆਏ, ਕਹਿੰਦੇ ਜੀ ਤੁਹਾਡਾ ਪ੍ਰਮੋਸ਼ਨ ਆ ਗਿਆ, ਤੁਸੀਂ ਆ ਜਾਓ ਉਲਟ ਕੇ। ਉਹ ਮੈਂ ਕਿਹਾ ਬੱਚੇ ਹੀ ਭੁੱਲ ਜਾਣਗੇ ਬਈ, ਮੈਂ ਨਹੀਂ ਜਾਂਦਾ, ਗਏ ਹੀ ਨਹੀਂ ਅਸੀਂ। ਤੇ ਬਾਪੂ ਜੀ ਕੋਈ ਲੜਾਈ ਦੀ ਇਦਾਂ ਦੀ ਘਟਨਾ ਹੋਵੇ ਚੇਤੇ ਵੀ? ਹਾਂ ਲੜਾਈ ਦੀ ਉਸ ਟਾਈਮ ਮੈਂ 63 ਦਾ ਸੈਂਟਰੀ ਸੀ। 63 ਦੀ ਮਤਲਬ ਉਹ 에ਅਰ ਫੋਰਸ ਦੀ ਰਖਵਾਲੀ ਵਾਸਤੇ ਜਿਹੜੇ ਡਰਾਈਵਰ ਸੀ, ਹਾਂਜੀ ਇਹਨਾਂ ਨੂੰ, ਕਿਉਂ ਸਾਡਾ ਸੈਂਟਰ ਸਿਕੰਦਰਾਬਾਦ ਹੈ, ਹਾਂਜੀ ਹਾਂਜੀ 에ਅਰ ਫੋਰਸ ਹੈ ਬੜੀ ਤਗੜੀ ਉੱਥੇ, ਹਾਂਜੀ ਹਾਂਜੀ ਬਸ ਉੱਥੇ ਲਾਤਾ। ਹਾਂਜੀ ਤਾਂ
ਅਸੀਂ ਦਿਨੇ ਦਾ ਆਪਣਾ ਕਾਰੋਬਾਰ ਕਰਦੇ ਸੀ। ਜੀ ਜੀ। ਫਿਰ ਉਹਦੇ ਬਾਅਦ ਸ਼ਾਮ ਨੂੰ ਸਾਡੀ ਡਿਊਟੀ 5 ਵਜੇ ਲੱਗ ਜਾਂਦੀ ਸੀ ਹਾਂਜੀ। ਬਈ 에ਅਰਫੋਰਸ ਹੀ ਜਾਣਾ, ਗੱਡੀ ਜਾਂਦੀ ਸੀ ਉੱਥੇ ਛੱਡ ਆਉਂਦੀ ਸੀ। ਤੇ ਜਿਹੜੀ 71 ਦੀ ਲੜਾਈ ਸੀ ਉਹਦੇ ਵਿੱਚ ਵੀ ਅਹਿਮ ਕੋਈ ਰੋਲ ਰਿਹਾ ਆਪਣਾ? ਆਹੋ ਜੀ, ਸੰਨ 71 ਦੀ ਲੜਾਈ 'ਚ ਮੈਂ ਸ਼੍ਰੀਨਗਰ ਤੋਂ ਟ੍ਰਾਂਸਫਰ ਹੋ ਗਿਆ ਫਿਰੋਜ਼ਪੁਰ ਜੀ। ਸਿਗਨਲ ਦੇ ਨਾਲ ਅਟੈਚ ਕਰਤਾ ਕਿ ਸਾਡੀ ਲਾਈਟ ਰਿਪੇਅਰ ਵਰਕਸ਼ਾਪ ਹੁੰਦੀ ਹੈ ਹਾਂਜੀ ਹਰ ਇੱਕ ਰੈਜੀਮੈਂਟ ਦੇ ਨਾਲ, ਹਾਂਜੀ ਜਿੱਥੇ ਯੂਨਿਟ ਹੈ ਸਾਡੀ EME ਲਾਈਟ ਰਿਪੇਅਰ ਵਰਕਸ਼ਾਪ, ਉੱਥੇ ਜ਼ਰੂਰ ਹੋਏਗੀ ਕਿਉਂਕਿ ਹਰ ਇੱਕ ਜਗ੍ਹਾ ਬੜੀ ਵਰਕਸ਼ਾਪ ਇੱਕ ਜਗ੍ਹਾ ਹੁੰਦੀ ਹੈ। ਤਾਂ ਸਿਗਨਲ ਨਾਲ ਅਟੈਚ ਕਰਤਾ ਔਰ ਨਹਿਰ ਦੇ ਕਿਨਾਰੇ ਭਿੱਖੀ ਪਿੰਡ ਨੂੰ ਜਿਹੜੀ ਨਹਿਰ ਗਈ ਹੈ ਨਾ, ਹਾਂਜੀ ਹਾਂਜੀ ਉਹਦੇ ਕਿਨਾਰੇ ਉਰਲੇ ਪਾਸੇ ਇੱਕ ਹੋਰ ਸੂਆ ਨਿਕਲਿਆ ਬੜਾ। ਵੈਸੇ ਤਾਂ ਬੰਦੇ ਦਾ ਦਬਾਅ ਹੈ ਸੂਏ 'ਚ, ਲੇਕਿਨ ਉਹ ਖੇਤਾਂ ਵਾਸਤੇ ਪਾਣੀ ਦੇਣ ਵਾਸਤੇ ਨਹਿਰ 'ਚ ਕੱਢਿਆ ਹੈ। ਹਾਂਜੀ। ਉਹ ਨਹਿਰ ਦੇ ਕਿਨਾਰੇ ਬਾਗ ਹੈ ਪੱਟੀ ਦਾ ਇਲਾਕਾ ਹੈ। ਉਹ ਸ਼ਹਿਰ ਸੀ ਅੱਗੇ ਪੱਟੀ, ਤੇ ਉੱਥੇ ਬਾਗ 'ਚ ਸਾਡਾ ਵਰਕਸ਼ਾਪ ਸੀ। ਤਾਂ ਸਿਗਨਲ ਨਾਲ ਅਟੈਚ ਸੀ ਆਪਾਂ, ਗੱਡੀ ਮੇਰੀ ਸੀ, ਲਾਈਨ ਵਿਛਾਣੇ ਵਾਲੇ ਸਿੰਗਲਮੈਨ ਸੀ। ਤਾਂ ਸਾਨੂੰ ਰਾਤ ਨੂੰ ਲਾਈਟ ਚਲਾਉਣੇ ਦਾ ਆਰਡਰ ਨਹੀਂ ਹੈ ਔਰ ਲੜਾਈ ਖੂਬ ਚਾਲੂ ਸੀ। ਅੱਛਾ ਜੀ। ਚਾਲੂ ਸੀ ਲੜਾਈ। ਇਹ ਕਿਹੜੇ ਬਾਰਡਰ ਦੀ ਗੱਲ ਹੈ ਜੀ? ਇਹ ਸੈਣੀ ਵਾਲੇ ਬਾਰਡਰ ਦੀ, ਸੈਣੀ ਵਾਲੇ ਬਾਰਡਰ ਤੇ। ਸੈਣੀ ਵਾਲੇ ਬਾਰਡਰ ਤੇ, ਹਾਂਜੀ। ਕਿਉਂਕਿ ਇਹ ਲਾਈਨ ਸੈਣੀ ਵਾਲੇ ਜਾਣੀ ਸੀ। ਭਿੱਖੀ ਪਿੰਡ ਸੈਣੀ ਵਾਲੇ ਤੋਂ ਉਰੇ ਹੈ, ਹਾਂਜੀ। ਉੱਥੇ ਤਾਈਂ ਲਾਈਨ ਵਿਛਾਣੀ ਸੀ ਅਸੀਂ। ਤੇ ਮੈਂ ਉਹਨੂੰ ਲਾਈਨਮੈਨ ਨੂੰ ਕਿਹਾ, ਮੈਂ ਕਿਹਾ ਗੱਲ ਸੁਣ ਓਏ ਬਈ ਐਂ ਕਰ ਬਈ ਇੰਨੇ ਟਾਈਮ ਤੋਂ ਪਹਿਲੇ ਲਾਈਨ ਵਿਛਾ ਲੈ, ਹਾਂਜੀ। क्यों फिर लाइट चलनी नहीं है। हाँ जी। और लाइट जलाने का ऑर्डर नहीं है कि बमबारी हो रही है। कहता जी ठीक है। असी भिक्खी पिंड पहुँचे ना, भिक्खी पिंड तो मेरे ख्याल 10 कदम पीछे ही थी। तो साफ वो तो सानू तां पता लगा ना जब बंब का गोला पिया। अच्छा जी, बंब का गोला डिग पिया। वो बंब सिटिया ने बार्डर ते लाइन बिछा रहे थे, सिक्योरिटी लीक हो गई। क्यों OP इन्हां दा बैठा रहिंदा उपर, साडा भी बैठा रहिंदा है, लेकिन किसी ने सिक्योरिटी लीक करती, या तो भिक्खी पिंड वाले ने की है। पिंड च भी तो मुसलमान होंदे हैं, सरदारां च मुसलमान भी रहिंदे हैं, तो उन्होंने मिल जाता गप्फा खाण पीण नूं। हाँ जी। चंगे ते माड़े बंदे हर जगह ने जी, हर ही जगह, हर कौम च है। और क्या, अगर तुसी कोई चंगा काम करदे हो ना तो दूसरा कहेगा कि इहदे कोल माड़ा काम कराओ। वैसे जदों बंब सुट्टिया जी आपां कोई ठीक रहे, नुकसान तो नहीं होया कोई अपना? बस जान बच गई, बाकी रहा कुछ नहीं था। अच्छा जी। क्यों, मेरे को 1 टन थी लाइन पिछे फिट की है, वो अगे गई गड्डी चल रही थी, लाइन बिछाते जा रहे थे रूलर च। हाँ जी। बड़ा तगड़ा रूलर थी, पूरी लाइन का तार थी बड़ी लंबी तगड़ी। तो मैं उन्होंने कहा, मैं हो गल सुन भाई, ये टिम छोटिया छोटिया लाइटां होंदियां वो भी बंद करती। मैं कहा गल सुन, ये आ गया बार्डर का एरिया, लवे ही है, इधर बार्डर है, इधर आप चल रहे हैं, बार्डर के नाल सड़क कढ़ी है, उत्थे पत्थर रोड़े ड्रम ऐरा वगैरह पता नहीं पल्ली तरफ क्या क्या सिटिया, बड़ी डूंगी मिट्टी चक चक के पाई है ऊपर। तो मैं क्या भी गल सुन, ये गूंज आई है, मैं क्या फाइटर आ रहा है कोई, चौकस हो जा, और तू फटाफट ऐ कर, तू गड्डी च बह जा। जे ऊपर फाइटर चल भी पिया ना तो गड्डी नूं यह भी चौखरे इन्हें बच जाएंगे, जे उरे पै गया तो आप खत्म। फिर मैं क्या यार ये गड्डी च बैठे, गड्डी का पेट्रोल वाली अग लगी तो खत्म है। मैं क्या कर, जिथे तेनू शक नज़र आता है ना, आवाज़ आए एकदम भाई गोला गिरने वाला, उत्थे ही तू थले गिर पई,
सड़क के उपर ना रही, कच्ची सड़क थी ना, तो अच्छा पता नहीं लगे। रात में बड़ी बड़ी डूंगी थी, वो पत्थर ड्राम मैरा वगैरह सब पे थे। बाजा गोला पिया ना, बस मैं गड्डी बंद करती, बंद करके मारी छाल। बई ये नहीं पता क्या चीज़ है क्या नहीं, बई मेरी तो कम खराब हो गया। और सब पत्थरों के उपर पिया, जाके प्रेशर का पिया, पता नहीं कितने पत्थर मेरे उपर गिरे, किन्ने ने थल्ले मैं कढ़िया। बस जब चानना होया ना, जब पता लग्या भी रोड़ा पिया है, भिखी पिंड है, इधर है रोड़ा पिया है, अगे प्लेन सी कच्चा। भिखी पिंड कच्चा है, पक्का नहीं है, क्यों बार्डर से है ना। हाँ उत्थे पक्का फायदा नहीं करके जब यह जहा कोई एक्शन होंदा ना, उन्होंने पता लग जाता है, सिक्योरिटी लीक हो जाती ना, ये बार्डर वाले 2 नंबर का काम करते हैं। बार्डर वाले ने ईमानदार ना समझी, कोई 100 चीज अद्धा होंदा है ईमानदार, बाकी ये 2 नंबर का काम करते हैं। तो इधर का माल उधर, इधर का उधर पहुँचाते हैं। वैसे ਜਦੋਂ ਗੋਲਾ ਤੁਹਾਡੇ ਤੇ ਪਿਆ, ਸੱਟਾਂ ਸੁੱਟਾਂ ਲੱਗੀਆਂ? गोला अपने उपर नहीं पिया, अपने सामने पिया। ਸਾਹਮਣੇ ਪਿਆ? हाँ, मैं तो छाल मार के मारा थले, वो भी थले, वो तो उत्थे ही लंबा पै गया। लेकिन मैं तो छाल मारी पत्थरों के उपर, ड्रम और पत्थर से, ਸੱਟ ਸੁੱਟਾਂ ਲੱਗੀ? तो मेरे ਕੰਮ ਕਰਨਾ ਛੱਡਤਾ, मैं खड़ा नहीं हो सकता ਸੀ। ਵੈਸੇ ਉਦੋਂ ਦਿਲ 'ਚ ਬਹੁਤ ਇੱਕ ਡੂੰਗੀ ਸੱਟ ਲੱਗੀ ਹੋਣੀ ਵੀ ਗੋਲਾ ਜਿੱਥੋਂ ਆਇਆ ਉਹ ਕਦੇ ਆਪਣਾ ਦੇਸ਼ ਹੁੰਦਾ ਸੀ, ਉਹ ਨਹੀਂ, ਉਹ ਵੀ ਦਿਲ 'ਚ ਆਇਆ ਹੋਣਾ ਸ਼ਾਇਦ ਖਿਆਲ? ਉਹ ਭੁੱਲ ਗਏ, ਉਹ ਭੁੱਲ ਗਏ। जब गोला ਪਿਆ ना, मैं क्या पता नहीं बचांगे या नहीं। वो भाई खुशी की गल तो यह है, उसी साल मैं ब्याह किया, जिस साल गोला पिया, ब्याह करके मैं छुट्टी नहीं आया, मेरी ट्रांसफ़र हो गई आसाम चौथे हो गई। बस मैं कहा यार बड़ी मुश्किल हो गई, हुण क्या कहिए। फिर मैं जद आया उतों, आहो जवाब दे गए ना, लत्तां हथ पैर जवाब, उपरला तो ठीक है, आ थल्ले सारा जवाब दे गया। मैं चल नहीं सकता सी, आ कंडम हो गया सारा, सुन्न हो गया बिल्कुल ही। अच्छा जी? हाँ जी, मैं उठ के तत्ते घाओ मैं गड्डी तो फड़ ली, लेकिन गड्डी चला के ले आया, उतरिया नहीं गया मेरे तो। ਉਸ ਤੋਂ ਬਾਅਦ ਫਿਰ ਮੈਡੀਕਲ ਟੀਮ ਨੇ ਜੀ ਆਪਣਾ फिर ना उत्थे बाग च आया, पिछे नहर के किनारे, औजार मेजर ने आवाज़ मारी, मैं क्या मेजर, कहता हाँ जी, मैं क्या आई, कहता आ गए हो, मैं क्या हाँ, कहता गोला गाला, मैं हो बाद ही गल है, तू आ जा। आया, मैं क्या मैनू चक के बैंकर च लै चल मेरे च, कहता की हो गया, तेनू क्या होया, मैं क्या बाद ही पिछी मैनू बिस्तरे से लटा दे, मेरिया लत्तां नहीं है, काम नहीं करदियाँ। गड्डी लैके आ गया, तत्ते को खून गर्म था ना, वो ठंडा हो गया, बस उतरिया ना जाए। फिर मैं इस करके डरा, कहते जी ठीक है हुण तो कोई फायदा नहीं, रात हो गई, डॉक्टर अपना छुट्टी कर गए उन्हें, ਸਵੇਰੇ ਦੇਖਾਂਗੇ। सवेरे देखेंगे। वो पट्टी लै गए फिर हॉस्पिटल। तो डॉक्टर लग्या कहना, कहता गल सुनो, इत्थे तो ये तो फुल है, इनू अंबाले कैंट भेज देंगे। मैं कहा जी अंबाले कैंट से मैं नहीं जाता। कहता की हो गया, मैं कहा जी मेरी ससुराल है, ब्याह करके आया, मैं उल्ट के गया ही नहीं सौरे। कहता अच्छा, कहता ठीक है मेजर, ये वास्ते एक आदमी जी इसकी सेवा करे, इनू चक के नहर के किनारे लै दे, बाहर अंदर जंगल पानी हो के, बाद ही चका के इनू बैंकर च लै दे, रोटी पानी का सारा बैड ते। बैंकर बड़े बड़े डूंगे बाग दे विच, क्यों बाग से गोला गाला नहीं, कोई शक नहीं होता किसी ने भी बैंकर है इत्थे। बाग दे आड़ च लंदी है फौज, थोड़ी आड़ लंदी है, तो कोई मुकद्दर अच्छे सी, बस 3 महीने प्या रहा उत्थे बैंकर च। बाद थोड़ा ठीक ठाक होया काम, फिर फिरोजपुर यूनिट च आए। बहुत बड़ा सोहना टाइम पास हो गया, वो भी भुल गए, दुख दर्द भुल गए, जब राजी हो गया फिर भुल गए। 3 महीने वो जड़ा मेरा सेवादार मिलिया था, मैनू है था पहाड़िया था,
पर बड़ी सेवा की थी उन्हें भाई। चक के ले जाना सर्दियाँ जिन्ने ने पानी च चक के पार जाना, जंगल पानी बहना, ब फिर उतों हाथ हुथ धो के फिर वो चक के फिर बेचारा लिया। बड़ी सेवा की थी उन्हें। ठंडे पानी तो लैके अंबरसराण तक है ना जी। कोई इदां दा मतलब घटना चेते होवे जिहड़ी अज भी ना भुल्ली होए, जिहड़ी तुसी मतलब अज भी थोड़ी अखां मूहरे इदां दा कोई वाक़या घुमदा होवे? घूमता तो बहुत बुरा है, क्योंकि अमृतसर तो पिछे अटारी है। हाँ जी। अटारी मुसलमाना ने पहला गड्डी का खतरा सी, वो गड्डी तो मार के भेजी। हाँ जी। साढ़े इतने गोरखे, अच्छा जी। हर एक डब्बे च एक गोरखा, 5-6 डब्बे होंदे थे। वो गोरखे सी बड़े तगड़े दिलदार। वो ड्राइवर जड़ा था वो मुसलमान था। गोरखे ने क्या गड्डी रोकती इत्थे, सीटी मारती, गार्ड ने चलाए ना। गोरखा जड़ा था ना पिछले डब्बे च, उन्हें अगले डब्बे ने क्या अपनी भाषा च बई इंजन वाले ने जा, या तो उसने मार या कहते गड्डी चला। कहता पेट में घोप दे बरछा। अच्छा जी। बहुत ड्राइवर ने जाके घेर लिया उन्हें। कोई तो दुखी हुए थे गोरखे, कहते तो चलाता ही नहीं। अगे गड्डियाँ भी आई खाली, कई मारियां इन्होंने। तो ड्राइवर ने कहते साले या तो गड्डी चला, नहीं तो तेनों मैं हुणे मारदा। उन्हें गड्डी उन्हें चलाई, जब जान बख्शी नहीं, असी भी है नहीं सी। एक बहुत हाँ पसीना ही पसीना आंदा सी। बुरा दौर। सामने बरछे दिखान, अटारी बरछे दिखान, क्यों इधर जंगल है, इधर भी जंगल, तो उत्थे रोक ली। मुसलमान थी, उन्हें रोकती। ड्राइवर मुसलमान थी, उन्हें रोकती। वो फिर उसके बाद जब पंजाब वाले ने मार मार के भेजे ना, बस लाशां लाशां, बस फिर इन्होंने बंद किया पाकिस्तान। मतलब कहना है कि जिहड़ी कट्टण वड्ढण दी शुरुआत है, आहो, ये पाकिस्तान वालों हुई सी। पाकिस्तान वालों हुई सी, पंजाब ने नहीं किया। पंजाब जट सरेआम कहंदे भी गल सुनो, असी तो बड़ी इन्हां दी मदद की है, इन्हां नूं गड्डी ते चढ़ाया है, इन्हां नूं समान चढ़ाया सी, समान इन्हां दा उत्थे गेरिया गड्डियां गुड्डियां च, बई ठीक सी, जिस तरह आम पिंडां च वरतदे हैं एक दूसरे नूं। अपना भाईचारा कहंदा सालियां ने जद गड्डी भेजी ना मार के हिंदुआं दी, बस फिर तो असीं छड्डिया नहीं। क्या तहसीलदार, क्या नायब तहसीलदार, कहंदा सालियां नूं रगड़ दिया। बस फिर तो कहंदा असीं ला जाके गड्डी जाके मारे हैं, इधर भी मार के सिट्टे हैं। जेडे देखिया भी अंदर लुक रहा उन्हें भी मारिया, मार के सिट्टिया। जब गड्डी गई ना भरी, लै साले हुण साबो तुसीं करो मरम पट्टी ना। मतलब फिर इस ते रोक लगी है। हाँ फिर रोक लगी है। जब अपने वाल बारी आई तो फिर समझ आई भी हाँ 2 गड्डियां उन्होंने साडे हिंदुआं दी मार के भेजियां। वो जिन्ने हिंदू आते थे ना सारे उन्हें खत्म कर देते थे साले। बहुत बुरी, बस सुन के तो खून तो पहले ही फिर डर पै हो गया। भी किते साडा भी नंबर लग। जब अटारी आ गए फिर गड्डी रुकी, मखला भी है नहीं। बुजुर्ग क्या, जनानियाँ क्या, आदमी क्या, सारे कहने इतने तो 2 गड्डियाँ पहले खत्म कीतियां ने। जब पंजाब वाले ने टू दी पॉइंट जवाब दिता को, बस फिर आके ठंडे होए। उन्होंने आपस ही चल पई बई हाँ हुण नहीं मारांगे। तां आए जी गल होर मैं पूछना चाहांगा, एक कमीन आदमी मारते हैं भाई। अच्छा हाँ, ये जड़े वो खला खुला लाने वाले मुसलमान ऐरा वगैरह, और जड़े लो कास्ट दे हैं, ये सारे उन्होंने किया है। अच्छा आदमी कदे गलत काम नहीं करता यार, खानदानी आदमी कदे गलत कदम उठाएगा ही नहीं। वो तो सोचेगा कि जियो ते जीण दो। हाँ वो कहेगा जियो और जीने दो, बिल्कुल ठीक। फिर ये तो सारे भुखे नंगे थे, जो कुछ मिला खिंच लिया। वो जो कुछ है तुम ले लो, लेकिन मारो तो ना। जान तो बख्श दो अगले, जान बख्श दो, जान नहीं बख्शी। अच्छा बाबू जी एक होर बड़ा अहम सवाल है। हाँ जी। कि जदों ये सारा कुछ होया, हाँ जी, है ना, हर एक फैमिली च धीआं भैणां भी हुंदियां ने, बिल्कुल, है ना, बेटियां भी हुंदियां ने। आहो। ते जिवें मैनूं जानकारी है कि बेटियां नाल भी बहुत ही माड़ा होया उस टाइम,
ਕਿ ਬੇਟੀਆਂ ਨੂੰ ਖੋਹ ਲਿਆ, ਧੱਕੇ ਨਾਲ ਰੱਖ ਲਿਆ? ਆਪਣੇ ਤਾਂ ਨਹੀਂ ਹੋਇਆ। ਅੱਛਾ। ਆਪਣੇ ਗੱਡੀ 'ਚ ਵੀ ਇਸ ਤਰ੍ਹਾਂ ਨਹੀਂ ਹੋਇਆ, ਰੇਲ 'ਚ ਵੀ। ਜੀ। ਅੱਛਾ, ਪੰਜੇ ਸਾਬਰੇ ਉੱਥੇ ਵੀ ਨਹੀਂ ਹੋਇਆ, ਅੱਛਾ ਜੀ। ਕਿਉਂਕਿ ਸਾਰੇ ਕਸਾਈ ਬਾਹਮਣ ਤੇ ਅੱਛਾ। ਲਵੇ ਕੋਈ ਨਹੀਂ ਆਇਆ। ਹਾਂਜੀ। ਹਾਲਾਂਕਿ ਮੁਸਲਮਾਨ ਉੱਥੇ ਵੀ हैं, ਹਾਂਜੀ। लेकिन कोई लवे नहीं आया। ਮੈਂ ਇੱਕ ਦਬਦਬਾ ਸੀ दबदबा सी तकड़ा। ਤਾਂ ਕਰਕੇ हाँ। ਵੀ ਇਹ ਜਿਹੜੇ ਪੰਡਤ ਨੇ आहो, ਇਹ नहीं ਬੜੇ हथियार भी है, अच्छा, चोरी हथियार छिपे सीगे अपने कोल। सब कुछ रखा सी, चोरी छिपे, ऐसी गल नहीं। लेकिन ये है कि दलेर बहुत सी, दलेर बहुत सी अपनी दलेरी ते। हुण देख लो, साढ़े ग्रांड फादर 3-4 भरा सी, ਇਹਦੇ 'ਚ एक दो पढ़े लिखे भी है सी, लेकिन जब खेती के काम 'ਚ पै गया, पढ़िया लिखिया सारा खत्म। ਉਹ ਤਾਂ ਬਰਾਬਰ ਹੈ ਜੀ ਫਿਰ। ਤੇ ਜਿਹੜਾ ਪੜ੍ਹਿਆ ਲਿਖਿਆ ਸੀ, ਡਾਕਟਰ ਸੀ, ਉਹ ਸੀਲਾ ਵਾਲੀ ਆਪਣੀ ਦੁਕਾਨ ਪਾਈ ਉਹਨੇ, ਡਾਕਟਰੀ ਦੀ ਬੜੀ ਚੱਲੀ, ਔਰ 15-16 ਨੌਕਰ ਸੀ ਉਹਦੇ ਕੋਲ। ਉਹਨਾਂ ਨੇ ਕਿਆ ਕੀਤਾ, ਉਹੀ ਕੰਮ ਤਾਂ ਹੀ ਤਾਂ ਕਹਿੰਦੇ ਆ, ਸਾਲੇ ਗੰਦੇ ਤਾਂ ਗੰਦੇ ਹੀ ਕੰਮ ਕਰਦੇ ਆ। ਉਹਨਾਂ ਨੇ ਕਿਆ ਕੀਤਾ, ਜਦ ਤਿਆਰੀ ਹੋ ਗਈ ਬਈ ਹੁਣ ਦੁਕਾਨ ਬੰਦ ਕਰਕੇ, ਨੌਕਰਾਂ ਨੂੰ ਤਾਂ ਪਤਾ ਹੈ ਹਾਂ ਕਦੋਂ ਮਾਰਕ ਨਿਕਲਦਾ, क्या क्या माल है, सारा माल उन्हें लद लिया, पैसा टका एरा वगैरह कोई बैंकों बुंकों नहीं जमा कराता था। पहले चांदी के सिक्के एरा वगैरह होंगे थे, सब इसी तरह। बहुत मन्या परमन्या आदमी था। सीला आली च सब तो बड़ा डॉक्टर वही था, और पैसे वाला भी वही था। गरीब गुरबे की सेवा बड़ी करता होंदा था, पढ़ा लिखा था, सारा काम था। लेकिन नौकरां ने इन्नी हरामजदगी करी है, टांगे च समान पाया, ਉਹਦਾ रखवाता, कहता चलो आओ जी चलो। तो टांगे ਨੂੰ स्टेशन की तरफ नहीं लै गए, सिला वाली तो दूर था स्टेशन। तो उन्होंने जंगल च बाड़ता, जंगल च बाड़ के कहता भी गल सुन, हुण डॉक्टर तो रहा है तू, असी तेरे नौकर हाँ, सानू सारा पता है कितना पैसा है तेरे को। सालिया ने जो थोड़े बहुते बचे होने पैसा सारा लुट लिया, सब कुछ खोलिया पैसा, सब कुछ सोना चांदी यारा वगैरह। बहुत शाहूकार आदमी था वो इलाके का, सारा कुछ खिंच लिया। बाजी कहता तेनों मारदे नहीं, तेनों गड्डी चढ़ा दिंदे आ। और फिर रावलपिंडी आया, रावलपिंडी तो फिर घर आया, पता लग गया उसका भी आ रहा है, लैन चले गए अगे। लेकिन ऐसा देख, लक्ष्मी जो है ना, माया, हाँ जी, ये बंदे नूं खा जाती है, खा जाती है जी। जिहड़ा लालच करता है ना, छड्डदी नहीं उन्होंने। पर जिहड़ा ईमानदार होवे, ईमान उस ते है भी नहीं होंदी है, उस ते है भी नहीं होंदी। जे मुकद्दर साथ दे तां, जे मुसलमान नाल लगे उहदे, मुसलमान ਜਿਹੜੇ ਨੌਕਰ ਹੈ ਕਰਦੇ, ਉਹ ਸਾਰੇ ਉਹਦੇ ਨਾਲ ਲੱਗੇ। ਚਲੋ ਜੀ ਤੁਹਾਨੂੰ ਚੜਾ ਕੇ ਆਉਂਦੇ ਆ, ਸਾਰੇ ਬਦਮਾਸ਼ ਤੇ ਸਾਲੇ। ਉਹਨਾਂ ਨੇ ਕਿਆ ਕਰਿਆ, ਜੰਗਲ 'ਚ ਜਾ ਕੇ ਲੁੱਟ ਫੱਟ ਹੋ ਗਈ ਸਾਰਾ ਕੁਛ। ਤੇ ਕਹਿੰਦੇ ਚਲੋ ਟਾਂਗਾ ਮੋੜਦੇ ਆ, ਜਾਓ ਛੱਡਿਆ ਸਮਾਨ ਵੀ ਜੋ ਕੁਝ ਬਕਸੇ ਬੁਕਸੇ ਖਾਲੀ ਹੈ, ਲੈ ਆਏ ਉਹਨੂੰ ਘਰ। ਉਹ ਜਿੱਦਣ ਘਰ ਆਇਆ, क्यों रात को सारे इकट्ठे हो गए ना, ताए चाचे दादे मेरे सारे उहदे कोल जांदे थे। बड़ा था सब तो वो ना, बड़े तो छोटा था वो जी। मंजा नहीं छड्डिया उन्हें, मर के मंजा छड्डिया। ਉਹਦਾ ही मुंडा सी पूरन, बड़ा दिमागदार सी, पढ़िया लिखिया सी, उर्दू पढ़ते होंदे सी। लेकिन वो कहता मैं नहीं जाना हिंदुस्तान, मैं नहीं जाना, मैं तो इत्थे ही रहांगा। अपनी जमीन जायदाद मेरे को कोई लै नहीं सकता, जब मैं मालक हाँ कोई लै नहीं सकता। ये सारी ज़मीन मेरी है, कोई नहीं लगेगा। रह गया सी अपनी ज़मीन, रह गया सारी। सो बहुत बहुत धन्यवाद बापू जी, आप जी सोहना टाइम कटिया थोड़ा भी, बड़ा धन्यवाद। आके तुसी फिर भी वो ਜਿਹੜੇ ਜ਼ਖਮ ਸੀ ਉਹਨਾਂ 'ਤੇ ਮਲਮ लाई ठीक किया तुसी भी,
ਲੇਕਿਨ ਇਹ ਹੈ ਵੀ ਯਾਦਾਸ਼ਤਾਂ ਹੀ ਹੁੰਦੀ ਉਹ ਨਹੀਂ ਯਾਦਾਸ਼ਤ। ਭੁੱਲਦਾ ਜੀ, ਜਿਹੜਾ ਬੁਰਾ ਟਾਈਮ ਤੁਸੀਂ ਇਹਨਾਂ ਅੱਖਾਂ ਨਾਲ ਦੇਖਿਆ, ਬੁਰਾ ਇਸ ਟਾਈਮ ਇਹੀ ਆਇਆ ਪਿੰਡ ਦੇ ਹੰਡਾਇਆ, ਬਸ ਇਹੀ ਆਇਆ ਹੈ, ਬਾਕੀ ਉਹ ਹੋਰ ਤਾਂ ਤਾਂ ਸ਼ਾਇਦ ਜਦ time- ਵੀ ਚੇਤੇ ਆ ਜਾਂਦਾ ਹੋਣਾ, ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਹੋਣੀ। ਬਸ ਫਿਰ ਤਾਂ ਕਿਉਂਕਿ ਆਪਣਾ ਇਲਾਕਾ, ਆਪਣੀ ਜਗ੍ਹਾ, ਆਪਣਾ ਰਾਜ, ਉਹ ਸਾਰਾ ਇੰਨੇ ਕੁਛ। ਵੱਡੇ ਵੱਡੇ ਘਰਾਂ ਨੂੰ, ਇੰਨੀਆਂ ਸਾਰਾ ਜ਼ਮੀਨਾਂ ਨੂੰ ਛੱਡ ਕੇ ਆਣਾ, ਦਰ ਤਾਂ ਸਭ ਤੋਂ ਬੜੀ ਗੱਲ ਜਿਹਦੇ ਦਿਲ 'ਚ ਹੁੰਦਾ ਉਹਨੇ ਜਿਹੜਾ ਇਹਨਾਂ ਪਿੰਡਾਂ ਦੇ ਲਵੇ ਲਵੇ ਕੋਈ ਤਹਿਸੀਲਦਾਰ, ਕੋਈ ਥਾਣੇਦਾਰ, ਕੋਈ ਜੇਲਦਾਰ, ਕੋਈ ਮੈਂਬਰ, ਕੋਈ ਪ੍ਰਧਾਨ, ਅੱਗੇ ਬੜੇ ਬੜੇ ਪ੍ਰਧਾਨ ਹੁੰਦੇ थे, ਆਉਂਦਾ था ਉਹ ਸਾਡੀ ਬੈਠਕ 'ਚ ਆ ਕੇ ਉਹਨੇ ਡੇਰਾ ਲਾਣਾ। ਤਹਿਸੀਲਦਾਰ ਆਉਂਦਾ ਸੀ, ਕੋਈ ਰਜਿਸਟਰੀਆਂ ਵਗੈਰਾ ਕੁਝ ਵੀ ਕਰਾਉਣੀ ਹੋਏ, ਤਹਿਸੀਲਦਾਰ ਆਉਂਦਾ ਹੁੰਦਾ ਸੀ। ਠੰਡੇ ਪਾਣੀ ਆਪਣੀ ਬੈਠਕ 'ਚ ਆ ਕੇ ਬੈਠਦਾ ਉਹ ਸੀ। ਸਾਡੇ ਕਿਉਂਕਿ ਬਾਪ ਮੇਰਾ ਫੌਜੀ था, ਇਹਨੇ ਬਹੁਤ ਡਿਜ਼ਾਈਨਦਾਰ ਮਕਾਨ ਬਣਾਏ। ਸ਼ੁਰੂ ਜਾਂਦੇ ਹੀ ਸੜਕ ਤੋਂ ਉਤਰਦੇ ਹੀ ਪਹਿਲੇ ਆਪਣਾ ਮਕਾਨ ਹੈ ਸੱਜੇ ਹੱਥ, ਬਸ ਇੱਥੇ ਹੀ ਆ ਜਾਂਦੇ ਤੇ ਸਾਰਾ ਖਰਚਾ ਪਰਚਾ ਉਹਨਾਂ ਦਾ ਅਸੀਂ ਕਰਨਾ। ਆਪਣੇ ਮਕਾਨ ਦੇ ਲਾਗੇ ਕੀ ਸੀ, ਕੁਝ ਮਾਰਕ ਥੋੜਾ ਬਹੁਤਾ ਚੇਤੇ ਹੋਵੇ? ਠੰਡੇ ਬਾਜੀ ਪਾਣੀ 'ਚ। ਕੋਈ ਫਲਦਾਰ ਵਿਰਸ਼ ਨਹੀਂ ਸੀ, ਹਾਂਜੀ ਸਿਰਫ ਕਿੱਕਰ ਦੀ ਤਰ੍ਹਾਂ ਪਲਾਈਆਂ ਹੁੰਦੀਆਂ, ਕੂਣੀਆਂ, ਕੰਡੇ ਨਹੀਂ ਲੱਗਦੇ ਉਹਦੇ, ਹਾਂਜੀ ਹਾਂਜੀ। ਬਸ ਉਹ ਹੀ ਸੀ, ਕਿਉਂਕਿ ਉਧਰ ਇਹੀ ਹੁੰਦਾ था। ਬਾਕੀ ਉੱਪਰ ਪਹਾੜਾਂ 'ਚ ਬਾਗ ਬੂਗ ਇੱਧਰ ਉੱਧਰ, ਸਾਡੇ ਤਾਂ ਬਈ ਮੋਟਾ ਹੀ ਕੰਮ ਸਾਂਭਿਆ ਇਹਨਾਂ ਨੇ, ਕੋਈ ਫਲ ਫਰੂਟ ਦਾ ਕੋਈ ਉਹ ਨਹੀਂ ਕੀਤਾ ਵੀ ਕੋਈ ਦਰਖਤ ਲਾ ਦਈਏ, ਬਸ ਸਾਰਿਆਂ ਨੂੰ ਹਾਲ ਬਾਣਾ, ਆਪਣਾ ਮਜ਼ੇ ਨਾਲ ਟਾਈਮ ਪਾਸ ਕਰਨਾ। ਸੋ ਬਾਪੂ ਜੀ ਦੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਵਾਹ। ਇੰਨੀ ਜਾਣਕਾਰੀ ਦੇਣ ਲਈ। ਤੇ ਚੱਲ ਜੀ, ਸ਼ੁਕਰ ਹੈ ਵਾਹਿਗੁਰੂ ਅੱਗੇ ਮਾਲਕ ਅਰਦਾਸ ਦਾ। ਕਰਾਂਗੇ ਕਿ ਆਪ ਜੀ ਦੀ ਉਮਰ ਹੋਰ ਲੰਬੀ ਕਰੇ, ਬਸ ਚੜ੍ਹਦੀ ਕਲਾ ਰੱਖੇ ਬਹੁਤ ਪ੍ਰਮਾਤਮਾ। ਹੋ ਗਈ ਉਮਰ ਤਾਂ ਬਹੁਤ ਹੋ ਗਈ, ਬਹੁਤ। ਸੋ ਇਹ ਸੀ ਬਾਪੂ ਜੀ ਬੜੇ ਸੋਹਣੇ ਦਿਨ ਇਕੱਠੇ। ਜਿਨ੍ਹਾਂ ਨੇ 47 ਦਾ ਦਰਦ ਆਹ। ਸਹੇੜ ਕੇ ਫਿਰ ਭਾਰਤ ਵਿੱਚ ਆ ਕੇ ਆਰਮੀ ਜੁਆਇਨ ਕਰਕੇ ਦੇਸ਼ ਦੀ ਸੇਵਾ ਵੀ ਕੀਤੀ। ਧੰਨਵਾਦ ਬਾਪੂ ਜੀ ਦਾ ਬਹੁਤ ਬਹੁਤ। ਓਕੇ।